ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਸ਼੍ਰੀ ਰਾਗ ਮਹੱਲਾ ਪਹਿਲਾ। ਆਵੋ ਭੈਣੇ ਗਲ ਮਿਲਹਿ ਅੰਕ ਸਹੇਲੜੀਆਂ ਮਿਲ ਕੈ ਕਰਹਿ ਕਹਾਣੀਆਂ ਸਮਰੱਥ ਕੰਤ ਕੀਆ। ਸਾਚੇ ਸਾਹਿਬ ਸਭ ਗੁਣ ਔਗੁਣ ਸਭ ਅਸਾਹਾ ਕਰਤਾ ਸਭ ਕੋ ਤੇਰੇ ਜ਼ੋਰ ਏਕ ਸ਼ਬਦ ਵਿਚਾਰੀਐ ਜਾਂ ਤੂੰ ਤਾਂ ਕਿਆ ਹੋਰ ਰਹਾਉ। ਜਾਏ ਪੁੱਛੋ ਸੁਹਾਗਣੀ ਤੁਸੀਂ ਰਾਵਿਆ ਕਿੰਨੀ ਗੁਣੀ ਸਹਿਜ ਸੰਤੋਖ ਸ਼ਿੰਗਾਰੀਆਂ ਮਿੱਠਾ ਬੋਲਣੀ ਪਰ ਰੀਸਾਲੂ ਤਾਂ ਮਿਲੈ ਜਾਂ ਗੁਰ ਕਾ ਸ਼ਬਦ ਸੁਣੀ ਕੀਤੀਆਂ ਤੇਰੀਆਂ ਕੁਦਰਤੀ ਕੇਵਡ ਤੇਰੀ ਦਾਤ ਕੇਤੇ ਤੇਰੇ ਜੀ ਜੰਤ ਸਿਫਤ ਕਰਹਿ ਦਿਨ ਰਾਤ ਕੇਤੇ ਤੇਰੇ ਰੂਪ ਰੰਗ ਕੇਤੇ ਜਾਤ ਅਜਾਤ ਸੱਚ ਮਿਲੈ ਸੱਚ ਊਪਜੈ ਸੱਚ ਮਹਿ ਸਾਚ ਸਮਾਏ ਸੁਰਤ ਹੋਵੈ ਪਤ ਉਗਵੈ ਗੁਰ ਬਚਨੀ ਭਉ ਖਾਏ ਨਾਨਕ ਸੱਚਾ ਪਾਤਸ਼ਾਹ ਆਪੇ ਲੈ ਮਿਲਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕੋਟਾਨ ਕੋਟਾਨ ਕਿਰਪਾ ਦਾ ਅਕਾਲ ਪੁਰਖ ਵਾਹਿਗੁਰੂ ਜੀ ਦੀਆਂ ਬਖਸ਼ਿਸ਼ਾਂ ਤੇ ਰਹਿਮਤਾਂ ਦੀਆਂ ਅਸੀਸਾਂ ਦਾ ਆਨੰਦ ਮਾਣਦੇ ਹੋਏ ਸਮੂਹ ਗੁਰਮੁਖ ਪਿਆਰੇ ਸਤਸੰਗੀ ਜਨੋ, ਬਹੁਤ ਧੰਨਵਾਦ ਹੈ ਉਹਨਾਂ ਪਿਆਰਿਆਂ ਗੁਰੂ ਕਿਆਂ ਸਿੱਖਾਂ ਦਾ, ਉਹਨਾਂ ਸੰਗਤਾਂ ਦਾ ਜੋ ਰੋਜ਼ਾਨਾ ਹੀ ਇਸ ਸਮੇਂ ਉੱਪਰ ਗੁਰਬਾਣੀ ਲਾਈਵ ਵਿਚਾਰ ਸਰਵਣ ਕਰਦੇ ਹਨ ਤੇ ਆਪਣੇ ਮਿੱਤਰਾਂ ਦੋਸਤਾਂ ਦੇ ਵਿੱਚ ਸ਼ੇਅਰ ਵੀ ਕਰਦੇ ਹਨ। ਤੇ ਨਾਲ ਹੀ ਉਹਨਾਂ ਵੀਰਾਂ ਭੈਣਾਂ ਭਰਾਵਾਂ ਦਾ ਵੀ ਸ਼ੁਕਰਾਨਾ ਹੈ ਜੋ ਹੌਸਲਾ ਅਫਜ਼ਾਈ ਕਰਦੇ ਹਨ, ਪਿਆਰ ਬਖਸ਼ਦੇ ਹਨ। ਅਕਸਰ ਮੈਂ ਇਹ ਬੇਨਤੀ ਸ਼ੁਰੂਆਤੀ ਤੌਰ ਤੇ ਜ਼ਰੂਰ ਆਪ ਜੀ ਕੇ ਕਥਾ ਕੱਲ ਤੱਕ ਆਪਾਂ 9 ਨੰਬਰ ਸ਼ਬਦ ਤੱਕ ਸਤਿਗੁਰੂ ਕੀ ਪਾਵਨ ਗੁਰਬਾਣੀ ਦੀ ਵਿਚਾਰ ਕੀਤੀ ਗਈ ਸੀ। ਆ ਹੁਣੇ ਜਿਹੜਾ ਸ਼ਬਦ ਆਪ ਜੀ ਨੇ ਸਰਵਣ ਕੀਤਾ ਹੈ ਇਹ 10ਵਾਂ ਨੰਬਰ ਸ਼ਬਦ ਹੈ ਸ਼੍ਰੀ ਰਾਗ ਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੰਨਾ ਨੰਬਰ 17 ਤੋਂ ਲੈ ਕੇ 18 ਤੱਕ ਸੁਭਾਏਮਾਨ ਹੈ। ਜ਼ਾਹਰ ਪੀਰ ਜਗਤ ਗੁਰੂ ਬਾਬਾ ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਪਾਵਨ ਮੁਖਾਰ ਬਿੰਦ ਤੋਂ ਰਸਨਾ ਤੋਂ ਉਚਾਰਨ ਹੋਇਆ ਹੈ ਇਹ ਪਾਵਨ ਸ਼ਬਦ। ਜਿਵੇਂ ਆਪਾਂ ਨੂੰ ਪਤਾ ਹੈ ਕਿ ਸ਼ਬਦ ਦਾ ਕੇਂਦਰੀ ਭਾਵ ਸਬਜੈਕਟ ਜਿਹੜਾ ਹੈ ਉਹ ਰਹਾਉ ਦੀਆਂ ਪੰਕਤੀਆਂ 'ਚ ਹੈ। ਸੁਆਓ ਇਕਾਗਰਤਾ ਬਣਾਈਏ, ਰਹਾਉ ਦੀਆਂ ਪੰਕਤੀਆਂ ਤੋਂ ਗੁਰਬਾਣੀ ਦੀ ਵਿਚਾਰ
ਪ੍ਰਾਰੰਭ ਕਰਨ ਦਾ ਯਤਨ ਕਰਦੇ ਹਾਂ। ਅਰਦਾਸ ਹੈ ਸਤਿਗੁਰੂ ਜੀ ਸੁਮੱਤ ਬਖਸ਼ਣ ਤੇ ਬੜੇ ਪਿਆਰ ਸਤਿਕਾਰ ਦੇ ਨਾਲ ਗੁਰੂ ਜੀ ਦੀ ਸੇਵਾ ਕਰਦੇ ਹਾਂ, ਇਹ ਜੀਵਨ ਗੁਰੂ ਦੇ ਗਾਡੀ ਰਾਹ ਤੇ ਤੁਰ ਸਕੇ। ਸੋ ਰਹਾਉ ਦੀਆਂ ਪੰਕਤੀਆਂ ਨੇ ਅੱਜ ਦੇ ਪਾਵਨ ਸ਼ਬਦ ਦੀਆਂ। ਕਰਤਾ ਸਭ ਕੋ ਤੇਰਾ ਜ਼ੋਰ, ਏਕ ਸ਼ਬਦ ਵਿਚਾਰੀ ਹੈ, ਜਾਂ ਤੂੰ ਤਾਂ ਕਿਆ ਹੋਰ। ਹੁਣ ਜਿਤਨੀ ਵੀ ਗੁਰਮਤਿ ਦੀ ਫਿਲਾਸਫੀ ਹੈ, ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬਾਰ-ਬਾਰ ਸਿੱਖ ਨੂੰ ਇਹ ਤਾਕੀਦ ਕੀਤੀ ਹੈ, ਸ਼ਬਦ ਦੀ ਵਿਚਾਰ ਕਰ। ਕਿਉਂਕਿ ਸ਼ਬਦ ਵਾਸਤੇ ਐਜੂਕੇਸ਼ਨ ਹੋਣੀ ਬੜੀ ਜ਼ਰੂਰੀ ਹੈ। ਵਿਦਿਆ ਦਾ ਅਦਾਰਾ ਪੜ੍ਹਾਈ ਹੋਵੇਗੀ, ਵਿਦਿਆ ਹੋਵੇਗੀ, ਸਿੱਖ ਪੜ੍ਹੇਗਾ, ਗਿਆਨਵਾਨ ਹੋਵੇਗਾ, ਸਮਝਦਾਰ ਹੋਵੇਗਾ। ਸੋ ਸ਼ਬਦ ਇੱਕ ਐਸੀ ਚੀਜ਼ ਹੈ ਜਿੱਥੇ ਮਨੁੱਖ ਦੀ ਹਾਜ਼ਰੀ ਦੀ ਲੋੜ ਨਹੀਂ ਹੈ। ਹੁਣ ਅੱਜ ਭਾਵੇਂ ਗੁਰੂ ਨਾਨਕ ਸਾਹਿਬ ਜੀ ਜਗਤ ਵਿੱਚ ਮੌਜੂਦ ਨਹੀਂ, ਪਰ ਉਹਨਾਂ ਦੀ ਜਿਹੜੀ ਰਚਨਾ ਹੈ, ਜੋ ਉਹਨਾਂ ਦੀ ਬਾਣੀ ਹੈ, ਜੋ ਉਹਨਾਂ ਦੇ ਸ਼ਬਦ ਨੇ, ਜੋ ਉਹਨਾਂ ਦੀ ਸਿੱਖਿਆ ਹੈ, ਜੋ ਉਹਨਾਂ ਦੀ ਦੀਖਿਆ ਹੈ, ਅੱਜ ਵੀ ਅਸੀਂ ਆਪਣੇ ਸਾਹਮਣੇ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਵਿਚਾਰਦੇ ਹਾਂ। ਅਸੀਂ ਗੱਡੀ ਲੈ ਕੇ ਘਰੋਂ ਤੁਰੇ ਹਾਂ, ਦਰਵਾਜ਼ੇ ਦੇ ਉੱਪਰ ਲਿਖਿਆ ਹੈ ਜਾਂ ਚੌਂਕ ਦੇ ਵਿੱਚ ਲਿਖਿਆ ਹੈ ਇੱਥੇ ਇੰਨੀ ਸਪੀਡ ਦੀ ਗੱਡੀ ਚਲਾਉਣੀ ਹੈ, ਤੁਰੰਤ ਅਸੀਂ ਆਪਣਾ ਪੈਰ ਰੇਸ ਤੋਂ ਚੁੱਕ ਲੈਂਦੇ ਹਾਂ। ਕੌਣ ਦੱਸ ਰਿਹਾ? ਸ਼ਬਦ ਦੱਸ ਰਿਹਾ ਨਾ, ਜਿਹੜਾ ਸਾਹਮਣੇ ਸ਼ਬਦ ਲਿਖਿਆ ਹੋਇਆ ਹੈ। ਸ਼ਬਦ ਕਦੀ ਨਹੀਂ ਮਰਦਾ, ਸ਼ਬਦ ਸਦੀਵੀ ਜੀਵਤ ਹੈ। ਦੇਹ ਮਰ ਸਕਦੀ ਹੈ, ਦੇਹ ਖਤਮ ਹੋ ਜਾਂਦੀ ਹੈ, ਪਰ ਸ਼ਬਦ ਸਦੀਵੀ ਰਹਿਣਾ। ਇਸੇ ਕਰਕੇ ਸਿੱਖ ਨੇ ਜਦੋਂ ਸਤਿਗੁਰੂ ਜੀ ਨੇ ਸਿੱਖ ਦਾ ਗੁਰੂ ਤੈਅ ਕੀਤਾ, ਸ਼ਬਦ ਗੁਰੂ ਤੈਅ ਕੀਤਾ। ਵੱਖਰੀ ਗੱਲ ਹੈ ਕਿ ਅੱਜ ਕਰਮਕਾਂਡ ਤੇ ਪ੍ਰਥਾ ਦੇ ਨਾਲ ਜੋੜ ਦਿੱਤਾ, ਜਦ ਕਿ ਇਹ ਸਿੱਖੀ ਦਾ ਸਿਧਾਂਤ ਨਹੀਂ ਹੈ। ਸਿੱਖੀ ਦਾ ਸਿਧਾਂਤ ਇਹ ਹੈ ਕਿ ਸਾਹਿਬ ਕੇਵਲ ਇੱਕ ਧੰਨ ਗੁਰੂ ਗ੍ਰੰਥ ਸਾਹਿਬ ਹੈ। ਸ਼ਬਦ ਗੁਰੂ ਦੇ ਲੜ ਲੱਗਣਾ ਹੈ, ਬਾਣੀ ਗੁਰੂ ਨੂੰ ਆਪਣਾ ਗੁਰੂ ਜਾਣਨਾ ਹੈ ਤੇ ਬਾਣੀ ਗੁਰੂ ਤੋਂ ਗੁਰ ਲੈ ਕੇ, ਗਿਆਨ ਲੈ ਕੇ ਆਪਣੇ ਜੀਵਨ ਨੂੰ ਸਫਲਾ ਬਣਾਉਣਾ। ਸੋ ਜਿਤਨੇ ਵੀ ਤੁਸੀਂ ਸ਼ਬਦ ਵਿਚਾਰੋਗੇ, ਬਾਰ-ਬਾਰ ਜਿੰਨੀ ਵੀ ਗੁਰਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰੋਗੇ, ਇੱਕ ਗੱਲ ਬਾਰ-ਬਾਰ ਉੱਭਰ ਕੇ ਬਾਹਰ ਆਵੇਗੀ, ਸ਼ਬਦ ਦੀ ਵਿਚਾਰ ਕਰਨੀ ਹੈ। ਕਿਉਂਕਿ ਸ਼ਬਦ ਦੀ ਵਿਚਾਰ ਚੋਂ ਹੀ ਦੇਖੋ, ਸ਼ਬਦ ਪੜ੍ਹਨਾ ਤੇ ਸ਼ਬਦ ਵਿਚਾਰਨਾ ਦੋ ਪੱਖ ਨੇ। ਅੱਜ ਪੜ੍ਹਿਆ ਤੇ ਬਹੁਤ ਜਾ ਰਿਹਾ, ਪੜ੍ਹਿਆ ਤੇ ਅਸੀਂ ਰੋਜ਼ਾਨਾ ਪਾਠ ਕਰ ਰਹੇ ਹਾਂ, ਮਾੜੀ ਗੱਲ ਨਹੀਂ, ਚੰਗੀ ਗੱਲ ਹੈ, ਕਰਨਾ ਚਾਹੀਦਾ ਹੈ। ਲੈਸਨ ਪੜ੍ਹਾਂਗੇ ਤੇ ਵਿਚਾਰਾਂਗੇ ਨਾ। ਪਾਠ ਰੋਜ਼ ਪੜ੍ਹਨਾ ਹੈ, ਪਰ ਪਾਠ ਨੂੰ ਵਿਚਾਰ ਕੇ ਪੜ੍ਹਨਾ ਹੈ, ਸਮਝ ਕੇ ਪੜ੍ਹਨਾ ਹੈ। ਆਹ ਜਿਹੜਾ ਅਸੀਂ ਕਨਸੈਪਟ ਚਾਲੂ ਕੀਤਾ ਹੈ ਰੋਜ਼ ਦਾ, ਇਹ ਦਰਅਸਲ ਰੋਜ਼ ਦਾ ਇੱਕ ਸ਼ਬਦ ਦਾ ਸਹਿਜ ਪਾਠ ਹੈ, ਇੱਕ ਸ਼ਬਦ ਦੀ ਰੋਜ਼ ਦੀ ਵਿਚਾਰ ਹੈ, ਤਾਂ ਕਿ ਆਪਾਂ ਰੋਜ਼ਾਨਾ ਇੱਕ ਸ਼ਬਦ ਤੇ ਘੱਟੋ ਘੱਟ ਫੋਲੋ ਕਰੀਏ, ਇੱਕ ਸ਼ਬਦ ਨੂੰ ਤੇ ਵਿਚਾਰੀਏ, ਤਾਂ ਕਿ ਉਹਦੇ ਮੁਤਾਬਕ ਜ਼ਿੰਦਗੀ ਨੂੰ ਤੋਰੀਏ। ਇਸੇ ਕਰਕੇ ਜਿੰਨੀ ਵੀ ਹੁਣ ਤੱਕ ਵਿਚਾਰ ਆਪ ਦੇ ਸਨਮੁਖ ਰੱਖੀ ਹੈ, ਨਿਰੋਲ ਤੇ ਨਿਰੋਲ ਗੁਰਬਾਣੀ ਦੇ ਵਿੱਚੋਂ ਰੱਖੀ ਜਾਂਦੀ ਹੈ। ਗੁਰਬਾਣੀ ਦੇ ਹੀ ਅਰਥ ਕੀਤੇ ਜਾਂਦੇ ਨੇ। ਇਹਦੇ ਵਿੱਚ ਕੋਈ ਵੀ ਬਾਹਰ ਦੀ ਕੋਈ ਸਾਖੀ ਗਾਥਾਵਾਂ ਲਾ ਕੇ ਸਮਾਂ ਨਹੀਂ ਖਰਾਬ ਕੀਤਾ ਜਾਂਦਾ। ਮੇਰਾ ਮਕਸਦ ਸਿਰਫ ਆਪ ਜੀ ਨੂੰ ਗੁਰਬਾਣੀ ਨਾਲ ਜੋੜਨਾ ਹੈ। ਆਪ ਜੀ ਆਪ ਗੁਰਬਾਣੀ ਨਾਲ ਜੁੜੋ ਤੇ ਸਮਝੋ। ਸੋ ਅੱਜ ਦਾ ਜਿਹੜਾ ਸ਼ਬਦ ਸਾਹਿਬ ਕਹਿੰਦੇ, ਕਰਤਾ ਸਭ ਕੋ ਤੇਰਾ ਜ਼ੋਰ। ਕਰਤਾ ਸੰਬੋਧਨ ਹੈ, ਹੇ ਕਰਤਾਰ, ਹੇ ਅਕਾਲ ਪੁਰਖ, ਜੋ ਸਭ ਕੁਝ ਬਣਾਉਣ ਵਾਲਾ ਹੈ, ਜਿਹਨੇ ਸਭ ਕੁਝ ਸਿਰਜਿਆ ਹੈ, ਜਿਹਨੇ ਸਾਨੂੰ ਪੈਦਾ ਕੀਤਾ ਹੈ, ਜਿਹਨੇ ਸਾਨੂੰ ਬਣਾਇਆ ਹੈ, ਜਿਹਨੇ ਸਾਨੂੰ ਇਸ ਧਰਤੀ ਤੇ ਭੇਜਿਆ ਹੈ, ਉਸ ਨੂੰ ਮੂਲ ਮੰਤਰ ਵਿੱਚ ਕਰਤਾ ਪੁਰਖ ਕਿਹਾ ਹੈ। ਐਸਾ ਪੁਰਖ ਜੋ ਸਭ ਕੁਝ ਬਣਾਉਣ ਵਾਲਾ ਹੈ। ਸਭ ਕੋ ਤੇਰਾ ਜ਼ੋਰ। ਸਤਿਗੁਰੂ ਗੁਰਦੇਵ ਜੀ ਕਹਿੰਦੇ, ਹਰੇਕ ਜੀਵ ਤੇਰੇ ਹੁਕਮ ਦੇ ਵਿੱਚ ਹੈ, ਭਾਵੇਂ ਚਾਹਵੇ ਭਾਵੇਂ ਨਾ ਚਾਹਵੇ। ਕੋਈ ਇਹ ਕਵੇ ਮੈਂ ਨਹੀਂ ਰੱਬ ਨੂੰ ਮੰਨਦਾ, ਉਹਦੇ ਕਹਿਣ ਨਾਲ ਕੀ ਹੋਣਾ ਹੈ? ਰੱਬ ਨੂੰ ਉਹਨੂੰ ਮੰਨਣਾ ਹੀ ਪੈਣਾ ਹੈ। ਕਿਉਂਕਿ ਇੱਕ ਸਮੇਂ ਤੇ ਆ ਕੇ ਵੱਡੇ ਵੱਡੇ ਨਾਸਤਿਕ ਮਨੁੱਖ ਵੀ ਅਕਾਲ ਪੁਰਖ ਦੇ ਚਰਨਾਂ ਵਿੱਚ ਡਿੱਗ ਪਏ। ਕਿਉਂਕਿ ਅਕਾਲ ਪੁਰਖ ਵਾਹਿਗੁਰੂ ਦੇ ਜ਼ੋਰ ਦੇ ਅੱਗੇ, ਉਹਦੇ ਅੱਗੇ, ਹੁਕਮ ਦੇ ਅੱਗੇ ਕਿਸੇ ਦੀ ਨਹੀਂ ਚੱਲਦੀ। ਉਹਦਾ ਹੁਕਮ ਹੈ, ਉਹਦੇ ਹੁਕਮ ਉਹਨੇ ਇੱਕ ਵਾਰੀ ਕੀਤਾ ਹੈ। ਉਹ ਸਿਧਾਂਤ ਅਟੱਲ ਹੈ, ਉਸ ਸਿਧਾਂਤ ਵਿੱਚ ਬਦਲਾਵ ਨਹੀਂ ਹੋ ਸਕਦਾ। ਅੱਗ ਦਾ ਸੁਭਾਅ ਸਾੜਨ ਦਾ ਹੈ, ਅੱਗ ਦਾ ਉਹੀ ਸੁਭਾਅ ਰਹਿਣਾ ਹੈ। ਵੱਖਰੀ ਗੱਲ ਕਿ ਅਸੀਂ ਅੱਜ ਉਸ ਅੱਗ ਦੇ ਰਾਹੀਂ ਰੋਟੀ ਵੀ ਪਕਾਉਂਦੇ ਹਾਂ, ਪਰ ਉਹਦਾ ਸੁਭਾਅ ਸਾੜਨ ਦਾ ਹੈ। ਜਦੋਂ ਅੱਗ ਮਰਿਆਦਾ ਚੋਂ ਬਾਹਰ ਹੋ ਜਾਵੇ, ਸਾੜ ਕੇ ਸੁਆਹ ਕਰ ਦਿੰਦੀ ਹੈ। ਪਾਣੀ ਦਾ ਸੁਭਾਅ ਹੈ, ਉਹਨੇ ਗਿੱਲਾ ਹੀ ਰਹਿਣਾ ਹੈ, ਉਹਨੇ ਇੱਕ ਵਹਿਣ ਦੇ ਰੂਪ 'ਚ ਹੀ ਵਗਣਾ ਹੈ। ਉਹਦਾ ਉਹੀ ਸੁਭਾਅ ਰਹਿਣਾ ਹੈ, ਉਹਦਾ ਪੱਖ ਹੀ ਗਿੱਲੇ ਹੋਣ ਦਾ ਹੈ। ਤੁਸੀਂ ਲੱਖ ਪਾਣੀ ਨੂੰ ਹੱਥ ਵਿੱਚ ਫੜਨ ਦੀ ਕੋਸ਼ਿਸ਼ ਕਰੋ, ਪਾਣੀ ਹੱਥ ਵਿੱਚ ਨਾ ਕਦੀ ਫੜਿਆ ਗਿਆ ਤੇ ਨਾ ਫੜਿਆ ਜਾਣਾ। ਪਰ ਉਹ ਜਦੋਂ ਸਰੀਰ ਦੇ ਉੱਪਰ ਆਪਣਾ ਇੱਕ ਅਹਿਸਾਸ ਦਵਾ ਕੇ ਜਾਂਦਾ, ਆਪਾਂ ਇਸ਼ਨਾਨ ਕਰਦੇ ਹਾਂ, ਨਹਾਉਂਦੇ ਹਾਂ, ਪਾਣੀ ਦੇ ਨਾਲ ਆਪਾਂ ਆਪਣੀ ਮੈਲ ਸਰੀਰ ਦੀ ਲਾਉਣ ਦੀ ਕੋਸ਼ਿਸ਼ ਕਰਦੇ ਹਾਂ, ਕੱਪੜਿਆਂ ਦੀ ਮੈਲ ਧੋਨੇ ਹਾਂ। ਇੱਕ ਪਰਮਾਤਮਾ ਦੇ ਅਟਲ ਨਿਯਮ ਤੇ ਅਟਲ ਸਿਧਾਂਤ ਵਿੱਚ ਇਹ ਸਭ ਕੁਝ ਬਣਿਆ ਹੋਇਆ। ਪਰ ਜੇ ਕੋਈ ਨਾ ਮਾਨੂ ਦੀ ਗੱਲ ਉੱਤੇ ਖਲੋਤਾ ਹੈ ਤੇ ਉਹ ਮਨੁੱਖ ਹੈ। ਮਨੁੱਖ ਆਪਣੀ ਸਿਆਣਪ, ਆਪਣੀ ਚਤੁਰਾਈ,
ਆਪਣੀਆਂ ਵਿਚਾਰਾਂ ਦੀਆਂ ਦੌੜਾਂ ਨੂੰ ਬਹੁਤ ਤੇਜ਼ੀ ਨਾਲ ਵਧਾਉਣਾ ਚਾਹੁੰਦਾ ਹੈ। ਆਪਣੇ ਆਪ ਨੂੰ ਪ੍ਰਮਾਤਮਾ ਤੋਂ ਜੁਦਾ ਸਮਝ ਕੇ, ਆਪਣੇ ਆਪ ਨੂੰ ਕਰਤਾ ਸਮਝ ਕੇ, ਆਪਣੇ ਆਪ ਨੂੰ ਰੱਬ ਸਮਝ ਕੇ ਮੰਨਣਾ ਚਾਹੁੰਦਾ ਹੈ। ਤੇ ਇੱਕ ਗੱਲ ਹੋਰ ਚੇਤੇ ਰੱਖਿਓ, ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਸਿੱਖ ਨੂੰ ਬਾਰ-ਬਾਰ ਤਾਕੀਦ ਕੀਤੀ ਹੈ, ਤੂੰ ਰੱਬ ਵਰਗਾ ਬਣਨਾ ਹੈ, ਰੱਬ ਨਹੀਂ ਬਣਨਾ। ਚੇਤਾ ਰੱਖਿਓ, ਜਿਹੜਾ ਮਨੁੱਖ ਰੱਬ ਬਣਿਆ ਨਾ, ਉਹ ਅਤਿਆਚਾਰੀ ਹੋ ਗਿਆ, ਉਹਨੇ ਦੁਨੀਆ ਤੇ ਜ਼ੁਲਮ ਕੀਤੇ, ਉਹ ਆਪਣੇ ਆਪ ਨੂੰ ਰੱਬ ਸਮਝ ਬੈਠਾ। ਪਰ ਹਾਲਾਤ ਅਕਸਰ ਉਹਦੇ ਉਹੀ ਹੋਏ ਜੋ ਇੱਕ ਹੰਕਾਰੀ ਇਨਸਾਨ ਦੇ ਹੁੰਦੇ ਨੇ। ਪਰ ਜਿਹੜੇ ਰੱਬ ਵਰਗੇ ਬਣੇ, ਉਹ ਮਾਨਵਤਾ ਵਾਸਤੇ ਆ ਕੇ ਖੜ ਗਏ। ਬਾਬਾ ਕਬੀਰ ਜੀ ਡੰਕੇ ਦੀ ਚੋਟ ਦੇ ਉੱਪਰ ਆ ਕੇ ਖੜ ਕੇ ਕਹਿੰਦੇ ਨੇ, ਪੰਡਤ ਮੁੱਲਾ ਜੋ ਲਿਖ ਦਿਆ, ਛਾੜ ਚਲੇ ਹਮ ਕਿਛੂ ਨਾ ਲਿਆ। ਮੈਂ ਕੁਝ ਵੀ ਉਹ ਚੀਜ਼ ਨਹੀਂ ਆਪਣੇ ਘਰ ਵਿੱਚ ਰੱਖਣੀ ਚਾਹੁੰਦਾ ਜੋ ਪੰਡਤ ਮੁੱਲਾਵਾਂ ਨੇ, ਜੋ ਮੈਨੂੰ ਅੱਜ ਤੱਕ ਗੁੰਮਰਾਹ ਕਰਕੇ, ਧੋਖਾ ਕਰਕੇ ਸਾਡੀ ਝੋਲੀ 'ਚ ਪਾਈ। ਅਸੀਂ ਸਭ ਕੁਝ ਛੱਡ ਦਿੱਤਾ ਹੈ। ਅਸੀਂ ਸਿਰਫ ਇੱਕ ਅਕਾਲ ਪੁਰਖ ਨੂੰ ਮੰਨਦੇ ਹਾਂ, ਇੱਕ ਅਕਾਲ ਪੁਰਖ ਤੇ ਭਰੋਸਾ ਰੱਖਦੇ ਹਾਂ। ਸਾਡਾ ਗੁਰੂ ਕੇਵਲ ਸ਼ਬਦ ਹੈ। ਅਸੀਂ ਇਸ ਤੋਂ ਇਲਾਵਾ ਹੋਰ ਤੀਸਰੇ ਕਿਸੇ ਨੂੰ ਨਹੀਂ ਜਾਣਦੇ। ਜਿੱਦਣ ਇਹ ਫਿਲਾਸਫੀ ਸਿੱਖੀ ਦੀ ਸਮਝ ਆ ਗਈ ਨਾ ਕਿ ਹੁਕਮ ਪ੍ਰਮਾਤਮਾ ਦਾ ਹੀ ਵਰਤਣਾ ਹੈ, ਇਹ ਗੱਲ ਸਤਿਗੁਰੂ ਜੀ ਨੇ 240 ਸਾਲ ਲਾ ਕੇ ਸਿੱਖ ਦੇ ਖਾਨੇ 'ਚ ਪਾ ਦਿੱਤੀ ਸੀ, ਸਿੱਖ ਦੇ ਜ਼ਿਹਨ 'ਚ ਪਾ ਦਿੱਤੀ ਸੀ। ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਆਨੰਦਪੁਰ ਦੀ ਠੇਰੀ ਦਾ ਉਹ ਸਾਕਾ, ਅੰਮ੍ਰਿਤਸਰ ਸਾਹਿਬ ਅੰਮ੍ਰਿਤ ਛਕਾਉਣ ਤੱਕ ਦੀ ਜਿਹੜੀ ਵਿਧੀ ਸੀ, ਉਹ ਸਿੱਖ ਦੇ ਜ਼ਿਹਨ ਵਿੱਚ ਇੱਕ ਚੀਜ਼ ਪਾ ਦਿੱਤੀ ਸੀ ਕਿ ਮੇਰੀ ਕੋਈ ਜਾਤ ਨਹੀਂ, ਮੇਰੀ ਕੋਈ ਪਾਤ ਨਹੀਂ, ਮੇਰੀ ਕੋਈ ਅਮੀਰੀ ਨਹੀਂ, ਮੇਰੀ ਕੋਈ ਗਰੀਬੀ ਨਹੀਂ, ਮੇਰਾ ਪਿਤਾ ਕੇਵਲ ਗੁਰੂ ਗੋਬਿੰਦ ਸਿੰਘ ਹੈ। ਮੇਰੇ ਅੰਦਰ ਇੱਕ ਸੱਚ ਦਾ ਪਿਆਰ ਹੈ। ਮੇਰੇ ਵਾਸਤੇ ਕੋਈ ਧਰਮ, ਕੋਈ ਉੱਚਾ, ਕੋਈ ਨੀਵਾਂ, ਕੋਈ ਇੱਧਰ, ਕੋਈ ਉੱਧਰ ਨਹੀਂ। ਇੱਕ ਫਿਲਾਸਫੀ ਜੀਵਨ ਵਿੱਚ ਪੈਦਾ ਕਰ ਦਿੱਤੀ ਕਿ ਮੈਂ ਸਾਰਿਆਂ ਵਾਸਤੇ ਸਾਂਝਾ ਹਾਂ। ਹੁਣ ਇਹ ਕਿੰਨਾ ਕਮਾਲ ਦਾ ਲੌਜਿਕ ਸੀ ਜਿਹੜੇ ਸਿੱਖ ਦੇ ਰੂਹ ਦੇ ਵਿੱਚ ਪਾ ਦਿੱਤੀ। ਸੰਤੋਖੀ ਸਿੱਖ ਬਣ ਗਿਆ, ਸਿੱਖ ਦੇ ਗੁਣਾਂ ਦੀਆਂ ਚਰਚਾਵਾਂ ਹੋਣ ਲੱਗੀਆਂ, ਸਿੱਖ ਦੇ ਸੁਭਾਅ ਦੇ ਉੱਤੇ ਇਤਿਹਾਸ ਲਿਖਿਆ ਜਾਣ ਲੱਗਾ, ਦੁਸ਼ਮਣ ਵੀ ਸਿੱਖ ਦੀ ਤਾਰੀਫ ਕਰਨ ਲੱਗਾ। ਪਰ ਅੱਜ ਉਹ ਸਿੱਖ ਲੱਭ ਨਹੀਂ ਰਿਹਾ, ਕਿਉਂਕਿ ਗੁਰਬਾਣੀ ਦੇ ਉੱਪਰ ਰੁਮਾਲਾ ਪਾ ਦਿੱਤਾ। ਇਹ ਨਹੀਂ ਕਿ ਰੁਮਾਲੇ ਨਹੀਂ ਪਾਉਣੇ ਚਾਹੀਦੇ, ਸਤਿਕਾਰ ਕਰਨਾ ਚਾਹੀਦਾ, ਪਰ ਰੁਮਾਲਾ ਚੁੱਕ ਕੇ ਜੋ ਸਾਡੇ ਵਾਸਤੇ ਭੋਜਨ ਤਿਆਰ ਕਰਕੇ ਸਤਿਗੁਰੂ ਜੀ ਰੱਖ ਕੇ ਗਏ ਨੇ, ਥਾਲ ਵਿੱਚ 3 ਵਸਤੂ ਪਈਓ, ਸਤ ਸੰਤੋਖ ਵਿਚਾਰੋ, ਉਹ ਭੋਜਨ ਤੇ ਅਸੀਂ ਛਕਣਾ ਹੈ ਨਾ ਵੀਰ ਮੇਰਿਓ। ਜੇ ਆਪਾਂ ਛਕਾਂਗੇ ਨਹੀਂ ਤੇ ਜੀਵਨ ਦਾ ਅਗਲਾ ਇਤਿਹਾਸ ਕਿਵੇਂ ਲਿਖਾਂਗੇ, ਅਗਲਾ ਪੈਂਡਾ ਕਿਵੇਂ ਲਿਖਾਂਗੇ, ਜ਼ਿੰਦਗੀ ਨੂੰ ਅੱਗੇ ਕਿਵੇਂ ਤੋਰਾਂਗੇ। ਜੇ ਹਾਂ ਘਰ ਬਣਾ ਲਿਆ ਹੈ, ਉਹਦੇ ਵਿੱਚ ਇੱਕ ਵੱਡੀਆ ਗੱਡੀ ਖੜੀ ਕਰਤੀ ਹੈ, ਸਵੇਰੇ ਉੱਠਿਆ ਰੋਟੀ ਖਾ ਲਈ ਹੈ, ਸ਼ਾਮ ਨੂੰ ਰੋਟੀ ਖਾ ਲਈ ਹੈ, ਸਾਡੇ ਵਾਸਤੇ ਕਿਸੇ ਦਾ ਭਾਵੇਂ ਘਰ ਸੜੇ, ਸਾਨੂੰ ਕੀ ਲੱਗੇ। ਇਹ ਜੀਵਨ ਨਹੀਂ ਹੈ ਸਿੱਖ ਦਾ। ਸਿੱਖ ਤੇ ਆਪ ਸਵਾਰ ਕੇ ਸਿੱਖ ਦੇ ਤਾਂ ਜੀਵਨ ਐਸਾ ਬਣਾ ਦਿੱਤਾ ਸੀ, ਉਹ ਰੋਟੀ ਖਾਣ ਤੋਂ ਪਹਿਲਾਂ ਵੀ ਆਵਾਜ਼ਾਂ ਮਾਰਦਾ ਸੀ ਕਿ ਭਾਈ ਪ੍ਰਸ਼ਾਦਾ ਤਿਆਰ ਹੈ, ਜੇ ਕੋਈ ਲੋੜਵੰਦ ਹੈ ਆ ਕੇ ਛਕ ਸਕਦਾ ਹੈ। ਇਹੋ ਜਿਹੀ ਪਵਿੱਤਰਤਾ ਸਿੱਖ ਦੇ ਜੀਵਨ ਵਿੱਚ ਪਾ ਦੇਣੀ, ਇਹ ਤਾਂ ਹੀ ਹੋਵੇਗੀ ਜੇ ਉਹਦੇ ਜ਼ਿਹਨ 'ਚ ਇੱਕ ਗੱਲ ਸਮਝ ਆ ਜਾਵੇਗੀ, ਕਰਤਾ ਸਭ ਕੋ ਤੇਰਾ ਜ਼ੋਰ। ਜੋ ਕੁਝ ਪ੍ਰਮਾਤਮਾ ਜੀ ਤੁਸੀਂ ਕਰ ਰਹੇ ਹੋ ਨਾ, ਇਹ ਤੁਹਾਡਾ ਹੁਕਮ ਹੈ। ਤੁਸੀਂ ਮੇਰੇ ਕਰਤਾ ਹੋ, ਤੁਸੀਂ ਮੇਰੇ ਮਾਲਕ ਹੋ, ਤੁਸੀਂ ਮੈਨੂੰ ਚਲਾਉਣ ਵਾਲੇ ਹੋ। ਮੈਂ ਆਪਣੇ ਆਪ ਨੂੰ ਤੁਹਾਨੂੰ ਸਮਰਪਣ ਕਰ ਦਿੱਤਾ ਹੈ, ਮੈਂ ਆਪਣਾ ਆਪਾ ਤੁਹਾਨੂੰ ਸਰੈਂਡਰ ਕਰ ਦਿੱਤਾ ਹੈ। ਮੈਂ ਆਪਣੀ ਮੱਤ ਆਪਣੇ ਵਿੱਚੋਂ ਕੱਢ ਕੇ ਪਰੇ ਰੱਖ ਦਿੱਤੀ ਹੈ ਤੇ ਤੇਰੀ ਮੱਤ ਲੈ ਲਈ ਹੈ। ਤੇ ਹੁਣ ਕਿਰਪਾ ਕਰ, ਤੇਰੇ ਹੁਕਮ ਦੇ ਵਿੱਚ ਮੈਂ ਤੁਰਾਂ, ਤੇਰੀ ਰਜ਼ਾ ਦੇ ਵਿੱਚ ਤੁਰਾਂ, ਤੇਰੇ ਭਾਣੇ ਵਿੱਚ ਤੁਰਾਂ। ਨਿਤ ਜਪਜੀ ਸਾਹਿਬ ਪੜ੍ਹਦੇ ਹਾਂ, ਨਿਤ ਰੋਜ਼ ਜਪਜੀ ਸਾਹਿਬ ਦੀ ਵਿਚਾਰ ਦੇ ਵਿੱਚੋਂ ਇਹ ਖਿਆਲ ਉਜਾਗਰ ਹੁੰਦਾ ਹੈ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਪਰ ਸਮਝ ਹੀ ਨਹੀਂ ਸਾਨੂੰ ਆਉਂਦੀ। ਸਾਹਿਬ ਕਹਿੰਦੇ ਏਕ ਸ਼ਬਦ ਵਿਚਾਰੀ ਹੈ, ਜਾਂ ਤੂੰ ਤਾਂ ਕਿਆ ਹੋਰ ਰਹਾਓ। ਏਕ ਸ਼ਬਦ, ਦੱਦੇ ਦੇ ਥੱਲੇ ਔਂਕੜ ਹੈ, ਏਕ ਕੱਕੇ ਦੇ ਥੱਲੇ ਵੀ ਔਂਕੜ ਹੈ। ਭਾਵ ਇੱਕ ਜਿੱਥੇ ਕੱਕੇ ਥੱਲੇ ਔਂਕੜ ਹੈ, ਇੱਕੋ ਇੱਕ ਅਕਾਲ ਪੁਰਖ ਦੀ ਗੱਲ ਹੈ। ਜੇ ਸਿਫਤ ਕਰਨੀ ਹੈ ਕਿਹਦੀ ਕਰਨੀ ਹੈ, ਇੱਕੋ ਇੱਕ ਅਕਾਲ ਪੁਰਖ ਦੀ ਕਰਨੀ ਹੈ। ਸ਼ਬਦ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਪਾਵਨ ਪਵਿੱਤਰਤਾ ਦੀ ਸਿਫਤ ਸਲਾਹ ਦੀ ਜਿਹੜੀ ਪਾਵਨ ਬਾਣੀ ਹੈ, ਇੱਕੋ ਸ਼ਬਦ ਵਿਚਾਰੀ ਹੈ। ਇੱਕੋ ਇੱਕ ਉਸ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਦੀ ਜਿਹੜੀ ਅੰਮ੍ਰਿਤਮਈ ਪਾਵਨ ਬਾਣੀ ਦਾ ਸ਼ਬਦ ਆ ਨਾ, ਸਤਿਗੁਰੂ ਕਹਿੰਦੇ ਉਹਦੀ ਵਿਚਾਰ ਕਰ, ਉਹਨੂੰ ਵਿਚਾਰ ਕੇ ਸਮਝ। ਕਿਉਂਕਿ ਜਦ ਤੱਕ ਅਸੀਂ ਵਿਚਾਰ ਹੀ ਨਹੀਂ ਕਰਦੇ, ਮੈਂ ਕਿਸੇ ਸਕੂਲ ਦੇ ਵਿੱਚ ਪੜ੍ਹਨੇ ਪਿਆ ਵਾਂ ਤੇ ਮੈਂ ਨਿੱਤ
ਪਾਠ ਤੇ ਪੜ੍ਹੀ ਜਾਵਾਂ, ਪਠਨ ਕਰੀ ਜਾਵਾਂ, ਪਰ ਉਹਨੂੰ ਵਿਚਾਰਾਂ ਨਾ, ਉਹਨੂੰ ਸਿੱਖਾਂ ਨਾ, ਤੇ ਮੈਂ ਇਮਤਿਹਾਨ 'ਚੋਂ ਪਾਸ ਨਹੀਂ ਹੋ ਸਕਦਾ। ਸਤਿਗੁਰੂ ਕਹਿੰਦੇ ਇਵੇਂ ਜੇ ਡਾਕਟਰ ਬਣਨਾ ਪ੍ਰੈਕਟੀਕਲ ਵੀ ਕਰਨਾ ਪੈਣਾ, ਸਿੱਖਣਾ ਪੈਣਾ। ਅੱਜ ਪੜ੍ਹਿਆ ਵੀ ਜਾ ਰਿਹਾ, ਇਹ ਨਹੀਂ ਕਿ ਕਥਾਵਾਚਕ ਕਿਤਨੇ ਨੇ। ਮੇਰੇ ਖਿਆਲ 'ਚ ਅੱਜ ਜਿੰਨੇ ਕਥਾਕਾਰ ਨੇ ਸਾਡੇ ਕੋਲ, ਬਹੁਤ ਜ਼ਿਆਦਾ ਕਥਾਕਾਰ ਨੇ ਸਿੱਖ ਕੌਮ ਕੋਲ। ਗੁਰਦੁਆਰਾ ਹਰ ਇੱਕ, ਕਿਤਨੇ ਹਰ ਨੁੱਕਰ 'ਚ, ਹਰ ਇੱਕ ਸਟਰੀਟ ਦੇ ਉੱਪਰ, ਸੜਕ ਦੇ ਉੱਪਰ, ਹਰ ਤੀਸਰੀ ਪੈਂਡੇ ਦੇ ਉੱਪਰ ਜਾ ਕੇ ਨਵਾਂ ਗੁਰੂ ਘਰ ਲੱਭ ਜਾਂਦਾ, ਗੁਰਦੁਆਰਾ ਸਾਹਿਬ ਲੱਭ ਜਾਂਦਾ। ਇਤਨੇ ਗੁਰਦੁਆਰੇ, ਹਰ ਗੁਰਦੁਆਰੇ ਵਿੱਚ ਕੀਰਤਨੀਏ, ਹਰ ਗੁਰਦੁਆਰੇ ਵਿੱਚ ਕਥਾਕਾਰ, ਹਰ ਗੁਰਦੁਆਰੇ ਵਿੱਚ ਅਖੰਡ ਪਾਠ, ਹਰ ਗੁਰਦੁਆਰੇ ਵਿੱਚ ਸਹਿਜ ਪਾਠ। ਇਤਨਾ ਸਭ ਕੁਝ ਹੋਣ ਦੇ ਬਾਵਜੂਦ ਵੀ ਜੀਵਨ ਨਹੀਂ ਬਣਿਆ ਜਿਹੜਾ ਬਣਨਾ ਚਾਹੀਦਾ ਸੀ, ਕਿਉਂਕਿ ਉਹਨੂੰ ਵਿਚਾਰਿਆ ਹੀ ਨਹੀਂ, ਉਹਨੂੰ ਸਮਝਿਆ ਹੀ ਨਹੀਂ। ਜੀਵਨ ਤੇ ਬਣਨਾ ਸੀ ਗੁਰਬਾਣੀ ਨੂੰ ਵਿਚਾਰ ਕੇ, ਗੁਰਬਾਣੀ ਨੂੰ ਸਮਝ ਕੇ, ਉਹਦੇ ਮੁਤਾਬਕ ਪੈਂਡਾ ਤੋਰਨਾ ਸੀ। ਅੱਜ ਗੁਰਦੁਆਰਿਆਂ ਦੇ ਵਿੱਚੋਂ ਵੀ ਕੇਵਲ ਤਾਂ ਕੇਵਲ ਮਨਮਤ ਦਾ ਪ੍ਰਚਾਰ ਹੀ ਕੀਤਾ ਜਾ ਰਿਹਾ। ਗੁਸਤਾਖੀ ਮਾਫ, ਕਿਉਂਕਿ ਮੈਨੂੰ ਗੁਰਮਤ ਚੰਗੀ ਨਹੀਂ ਲੱਗਦੀ। ਗੁਰਮਤ ਸੁਣਾਵਾਂਗਾ, ਗੁਰਮਤ ਦੱਸਣੀ ਪਊਗੀ, ਤੇ ਪ੍ਰਬੰਧਕ ਕਹਿੰਦਾ ਮੇਰੀ ਗੋਲਕ ਨਹੀਂ ਉੱਠੂਗੀ। ਹੁਣ ਗੋਲਕ ਉਠਾਉਣ ਵਾਸਤੇ ਉਹਨੂੰ ਆਲੇ ਦੁਆਲੇ ਦੇ ਕਰਮਕਾਂਡ, ਪਖੰਡ, ਜਿਹੜਾ ਰੋਜ਼ਮਰਾ ਦਾ ਵਪਾਰ ਚੱਲੇ, ਤੇ ਉਸ ਵਪਾਰ ਨੂੰ ਚਲਾਉਣ ਵਾਸਤੇ ਲੋਕਾਂ ਦੇ ਮਨਾਂ ਦੇ ਵਿੱਚ ਬੜੇ ਤਰੀਕੇ ਦੀਆਂ ਉਲਝਣਾਂ, ਸ਼ਰਾਧਾਂ ਦੇ ਨਾਂ 'ਤੇ, ਕਰਮਕਾਂਡਾਂ ਦੇ ਨਾਂ 'ਤੇ, ਪਖੰਡਾਂ ਦੇ ਨਾਂ 'ਤੇ ਐਸੀਆਂ ਪੈਦਾ ਕੀਤੀਆਂ ਨੇ। ਪਹਿਲਾਂ ਪੁਜਾਰੀ ਕੋਲ ਜਾਂਦਾ ਹੁੰਦਾ ਸੀ ਮਨੁੱਖ, ਹੁਣ ਕਹਿੰਦਾ ਨਹੀਂ ਗੁਰਦੁਆਰੇ 'ਚ ਮੈਂ ਸਭ ਕੁਝ ਕਰਾ ਲੈਣਾ। ਤੇ ਮੇਰੇ ਵਰਗਾ ਪ੍ਰਚਾਰਕ ਜਾਣ ਬੁੱਝ ਕੇ ਵੀ ਸਮਝਾਉਣ ਨੂੰ ਤਿਆਰ ਨਹੀਂ, ਸਮਝ ਕੇ ਵੀ ਸਮਝਾਉਣ ਨੂੰ ਤਿਆਰ ਨਹੀਂ, ਕਿਉਂਕਿ ਉਹ ਕਹਿੰਦਾ ਮੇਰੇ ਵੀ 2 ਪੈਸੇ ਬਣ ਰਹੇ ਨੇ। ਇੱਕ ਸ਼ਬਦ ਦੀ ਵਿਚਾਰ, ਰੋਜ਼ਾਨਾ ਹੁਕਮਨਾਮਾ ਸਾਹਿਬ ਹਰ ਗੁਰਦੁਆਰੇ ਦੇ ਬਾਹਰ ਲਿਖ ਕੇ ਲਾ ਦਿੱਤਾ ਜਾਂਦਾ ਹੈ। ਸਮਝਦਾ ਕੌਣ ਹੈ? ਵਿਚਾਰਦਾ ਕੌਣ ਹੈ? ਜਿੱਦਣ ਇਹ ਗੱਲ ਸਮਝ ਪੈ ਗਈ ਏਕ ਸ਼ਬਦ ਵਿਚਾਰੀ ਹੈ, ਜਿੱਦਣ ਇੱਕ ਵੀ ਸ਼ਬਦ ਗੁਰੂ ਦਾ ਮਤ ਦਾ, ਗੁਰੂ ਦੇ ਉਪਦੇਸ਼ ਦਾ ਅਸੀਂ ਵਿਚਾਰ ਲਿਆ, ਇਮਾਨਦਾਰੀ ਨਾਲ ਸਮਝ ਲਿਆ, ਤੇ ਆਪਣੇ ਜੀਵਨ ਦਾ ਪੈਂਡਾ ਉਸ ਸ਼ਬਦ ਦੇ ਮੁਤਾਬਕ ਤੋਰ ਲਿਆ, ਜਾਂ ਤੂੰ ਤਾਂ ਕਿਆ ਹੋਰ, ਫਿਰ ਸਮਝ ਪੈ ਜਾਏਗੀ, ਹੇ ਵਾਹਿਗੁਰੂ ਜੀ ਇਹ ਸਮਝ ਆ ਗਈ ਹੁਣ ਮੈਨੂੰ, ਤੂੰ ਸਾਡੇ ਸਿਰ ਦਾ ਰੱਖ ਹੈ, ਤਾਂ ਹੋਰ ਕੋਈ ਸਾਡਾ ਫਿਰ ਕੀ ਵਿਗਾੜ ਸਕਦਾ? ਜਦੋਂ ਤੂੰ ਹੀ ਸਾਡਾ ਮਾਲਕ ਹੈ, ਤੂੰ ਸਾਨੂੰ ਪੈਦਾ ਕਰਨ ਵਾਲਾ ਹੈ, ਤੂੰ ਸਾਨੂੰ ਬਣਾਉਣ ਵਾਲਾ ਹੈ, ਫਿਰ ਇਹ ਭਰੋਸਾ ਵੱਜ ਗਿਆ, ਜਾਂ ਤੂੰ ਤਾਂ ਕਿਆ ਹੋਰ, ਜਦ ਤੂੰ ਹੀ ਮੇਰਾ ਸਭ ਕੁਝ ਹੈ, ਫਿਰ ਮੈਨੂੰ ਹੋਰ ਬੰਨੇ ਕਿੱਥੇ ਜਾਣ ਦੀ ਲੋੜ ਹੀ ਨਹੀਂ, ਹੋਰ ਕਿਸੇ ਬੰਨੇ ਮੂੰਹ ਚੱਕ ਕੇ ਵੇਖਣ ਦੀ ਲੋੜ ਹੀ ਨਹੀਂ, ਕਿਉਂਕਿ ਤੂੰ ਹੀ ਮੈਨੂੰ ਆਪਣੇ ਘਰ ਦੇ ਵਿੱਚ ਸਭ ਕੁਝ ਦੇ ਦਿੱਤਾ ਹੈ। ਰਹਾਓ, ਇਹ ਅੱਜ ਦਾ ਸਬਜੈਕਟ ਹੈ। ਹੁਣ ਐਸੇ ਸੋਹਣੇ ਰੱਬ ਨੂੰ ਮਿਲਿਆ ਕਿਵੇਂ ਜਾਵੇ? ਐਸੇ ਸੋਹਣਾ ਰੱਬ ਜੋ ਸਭ ਕੁਝ ਕਰਨ ਵਾਲਾ ਹੈ, ਸਭ ਕੁਝ ਬਣਾਉਣ ਵਾਲਾ ਹੈ, ਜਿਹਨੇ ਸਭ ਕੁਝ ਕੀਤਾ ਹੈ, ਜਿਹਦੇ ਹੁਕਮ ਦੇ ਵਿੱਚ ਸਭ ਕੁਝ ਹੈ। ਇਹ ਗੱਲ ਤੇ ਮੈਨੂੰ ਸ਼ਬਦ ਦੀ ਫਿਲਾਸਫੀ ਚੋਂ ਸਮਝਾਉਣ ਲੱਗ ਪਈ ਹੈ। ਹੁਣ ਸਤਿਗੁਰੂ ਕਹਿੰਦੇ ਕੇਵਲ ਆਪ ਹੀ ਨਾ ਸਮਝ, ਆਪਣੇ ਅੰਦਰ ਬੈਠੇ ਜਿਹੜੀਆਂ ਵਿਕਾਰ ਨੇ, ਜਿਹੜੇ ਸ਼ੁਭ ਗੁਣ ਨੇ, ਵਿਕਾਰਾਂ ਨੂੰ ਪਰੇ ਕਰ, ਉਹਨਾਂ ਨੂੰ ਰੋਕ, ਤਾਂ ਕਿ ਉਹ ਤੇਰੇ ਸਰੀਰ ਨੂੰ ਜ਼ਰਜ਼ਰਾ ਨਾ ਕਰਨ, ਤੇ ਸ਼ੁਭ ਗੁਣਾਂ ਦੇ ਨਾਲ ਬਹਿ ਕੇ ਗੁਰਮਤ ਦੀ ਵਿਚਾਰ ਕਰ। ਹੁਣ ਕਿਵੇਂ ਵਿਚਾਰ ਕਰਨੀ ਹੈ? ਪਹਿਲਾ ਬੰਦ ਹੈ ਪਾਵਨ ਸ਼ਬਦ ਦਾ, ਬੜਾ ਪਿਆਰਾ ਅੱਜ ਦਾ ਸ਼ਬਦ ਹੈ, ਸ਼੍ਰੀ ਰਾਗ ਮਹੱਲਾ ਪਹਿਲਾ। ਆਵੋ ਭੈਣੇ ਗਲ ਮਿਲੇ ਅੰਕ ਸਹੇਲੜੀਆਂ। ਵੰਗਾਰ ਪਾਈਏ, ਜਿਵੇਂ ਆਪਾਂ ਆਨੰਦ ਸਾਹਿਬ ਦੀ ਪਾਵਨ ਬਾਣੀ ਦੇ ਵਿੱਚ ਸ਼ਬਦ ਪੜ੍ਹਦੇ ਹਾਂ, ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਆਓ ਰਲ ਮਿਲ ਕੇ ਬਈਏ, ਆਓ ਇਕੱਠਿਆਂ ਬਈਏ, ਬਹਿ ਕੇ ਗੁਰਬਾਣੀ ਦੀ ਵਿਚਾਰ ਕਰੀਏ। ਇਵੇਂ ਹੀ ਹੁਣ ਇੱਥੇ ਫਿਰ ਸੰਬੋਧਕ ਵਾਚਕ ਦੇ ਵਿੱਚ ਸਾਹਿਬ ਕਹਿੰਦੇ ਜਿਹੜਾ ਐਸਾ ਸੋਹਣਾ ਰੱਬ ਹੈ ਜੋ ਸਭ ਕੁਝ ਕਰਨ ਵਾਲਾ ਹੈ, ਆਓ ਆਪਾਂ ਰਲ ਕੇ ਸ਼ਬਦ ਦੇ ਰਾਹੀਂ ਉਸ ਸੋਹਣੇ ਰੱਬ ਦੇ ਨਾਲ ਮਿਲਣ ਦਾ ਯਤਨ ਕਰੀਏ। ਆਵੋ ਭੈਣੇ ਗਲ ਮਿਲੇ ਅੰਕ ਸਹੇਲੜੀਆਂ, ਗਲ ਦੇ ਨਾਲ ਅੰਕ ਜੱਫੀ ਦੇ ਵਿੱਚ, ਭੈਣੇ ਸਹੇਲੜੀਆਂ ਹੈ ਭੈਣੋ, ਇਹ ਸਹੇਲੀਓ। ਹੁਣ ਇੱਥੇ ਧਿਆਨ ਦੇਣਾ, ਇੱਥੇ ਜਿਹੜੀ ਗੱਲ ਭੈਣੋ ਤੇ ਸਹੇਲੀਓ ਦੇ ਅਰਥ ਕੀ ਨੇ? ਅਸੀਂ ਸਾਰੇ ਨੰਬਰ 1 ਤੇ ਜੀਵ ਇਸਤਰੀਆਂ ਵਾਂ, ਕੱਲ ਵੀ ਬੇਨਤੀ ਕੀਤੀ ਸੀ, ਪੁਰਖ ਕੇਵਲ ਪਰਮਾਤਮਾ ਹੈ। ਹੁਣ ਗਲ ਮਿਲਣਾ ਕਿਹੜਾ ਹੈ? ਜੱਫੀਆਂ ਪਾ ਕੇ ਮੈਂ ਅੱਜ ਇੱਕ ਸੰਪਰਦਾਇਕ ਸੰਸਥਾ ਐਸੀ ਹੈ ਜਿਹੜੀਆਂ ਇਸੇ ਸ਼ਬਦ ਨੂੰ ਪੜ੍ਹਦੀਆਂ ਨੇ ਤੇ ਗਲੇ ਮਿਲਦੀਆਂ ਨੇ, ਤੇ ਅਨੇਕਾਂ ਤਰ੍ਹਾਂ ਦੇ ਇਹੋ ਜਿਹੇ ਕਰਮਕਾਂਡ ਪਖੰਡ ਚੱਲ ਰਹੇ ਨੇ, ਪਰ ਇੱਥੇ ਗਲ ਮਿਲਣਾ ਕਿਹੜਾ ਹੈ? ਕਿ ਅਸੀਂ ਜੱਫੀ ਪਾ ਕੇ ਇੱਕ ਦੂਜੇ ਨੂੰ ਗਲ ਮਿਲਣਾ? ਗਲ ਮਿਲਣ ਦਾ ਅਰਥ ਹੈ ਇੱਥੇ ਆਵੋ ਭੈਣੇ ਦੀ ਗੱਲ ਕਿੱਥੇ ਕੀਤੀ ਗਈ ਹੈ? ਜਿਹੜੇ ਅੰਦਰ ਸ਼ੁਭ ਗੁਣ, ਦਇਆ, ਨਿਮਰਤਾ ਤੇ ਬੈਠੇ ਨੇ, ਉਹਨਾਂ ਨੂੰ ਬੇਨਤੀ ਕੀਤੀ ਹੈ। ਸਾਹਿਬ ਕਹਿੰਦੇ
ਤੁਸੀਂ ਵੀ ਉਜਾਗਰ ਹੋਵੋ, ਤੁਸੀਂ ਵੀ ਪ੍ਰਗਟ ਹੋਵੋ। ਆਸਾ ਤੇ ਤ੍ਰਿਸ਼ਨਾ ਨਿਤ ਕਲੇਸ਼ ਪਾਉਣ ਵਾਸਤੇ ਬੈਠੀਆਂ ਰਹਿੰਦੀਆਂ ਨੇ। ਆਓ ਮੇਰੀਓ ਜੀਵ ਇਸਤਰੀਓ, ਆਓ ਮੇਰੀਓ ਭੈਣੋ, ਨਿਮਰਤਾ ਪ੍ਰੇਮ ਹਿਰਦੇ ਵਿੱਚ ਪ੍ਰਗਟ ਕਰੋ ਤੇ ਆਪਾਂ ਰਲ ਕੇ ਕੀ ਕਰੀਏ, ਸਿਰ ਨਾਲ ਸਿਰ ਜੋੜ ਕੇ ਬਈਏ। ਗੱਲ ਸਮਝੀਏ ਗੁਰਮਤਿ ਦੀ, ਗੱਲ ਗੁਰਬਾਣੀ ਦੀ ਵਿਚਾਰ ਨਾਲ ਕਰੀਏ, ਪ੍ਰੇਮ ਦੇ ਨਾਲ ਇੱਕ ਦੂਸਰੇ ਨਾਲ ਸਾਂਝ ਪਾਈਏ। ਆਵੋ ਭੈਣੇ ਗੱਲ ਮਿਲੇ ਅੰਕ ਸਹੇ ਲੜੀਆਂ, ਆਓ ਸਤ ਸੰਗ ਗੁਰ ਸ਼ਬਦ ਦੀ ਵਿਚਾਰ ਵਿੱਚ ਜੁੜੀਏ। ਹੁਣ ਇਹ ਕਿਹਨੂੰ ਕਿਹਾ? ਬਾਹਰ ਦੀਆਂ ਭੈਣਾਂ ਨੂੰ। ਉਹ ਤੇ ਆਪਣੇ ਸਤ ਸੰਗੀ ਹੈ ਨਹੀਂ ਨੇ, ਪਰ ਅੰਦਰ ਜਿਹੜੀਆਂ ਬੈਠੀਆਂ ਨਾ, ਅੰਦਰ ਸਾਡੇ ਵਿੱਚ ਬੈਠੀ ਹੈ ਦਇਆ, ਨਿਮਰਤਾ, ਪ੍ਰੇਮ, ਹਲੀਮੀ। ਇਹ ਸੱਚੇ ਪਾਤਸ਼ਾਹ ਕਹਿੰਦੇ ਆਓ ਰਲ ਕੇ ਆਪਾਂ ਸ਼ਬਦ ਦੀ ਵਿਚਾਰ ਕਰੀਏ, ਕਿਉਂਕਿ ਇਹੀ ਨਹੀਂ ਮਨੁੱਖ ਨੂੰ ਟਿਕਣ ਦਿੰਦੀਆਂ। ਚੇਤਾ ਰੱਖਿਓ, ਅਸੀਂ ਜਦੋਂ ਬਾਣੀ ਪੜ੍ਹਨ ਲੱਗਦੇ ਹਾਂ ਸਰੀਰ ਦੌੜਦਾ ਹੈ, ਆਤਮਾ ਮਨ ਦੌੜਦਾ ਹੈ, ਆਸਾ ਦੀ ਤ੍ਰਿਸ਼ਨਾ ਵੱਧ ਜਾਂਦੀ ਹੈ। ਇਹ ਸਾਰੀਆਂ ਭੈਣਾਂ ਜਿਹੜੀਆਂ ਅੰਦਰ ਬੈਠੀਆਂ ਦੌੜਨ ਲੱਗ ਪੈਂਦੀਆਂ। ਸਤਿਗੁਰੂ ਇਹਨਾਂ ਨੂੰ ਇਕੱਠੀਆਂ ਕਰਕੇ ਕਹਿੰਦੇ ਜੇ ਤੁਸੀਂ ਬਹੂਗੀਆਂ ਨਾ ਟੇਕੇ, ਮੇਰਾ ਮਨ ਵੀ ਟੇਕੇ ਬਹੂਗਾ। ਤੁਸੀਂ ਇਸ ਮਨ ਦੀਆਂ ਸਹਾਰੇ ਜੇ, ਆਓ ਰਲ ਕੇ ਬਹੀਏ, ਇਕੱਠੀਆਂ ਬਹੀਏ, ਇਕੱਠੇ ਬਹਿ ਕੇ ਕੀ ਕਰੀਏ, ਆਵੋ ਭੈਣੇ ਗੱਲ ਮਿਲੇ, ਆਓ ਰਲ ਮਿਲ ਕੇ ਬਹੀਏ, ਅੰਕ ਸਹੇਲੜੀਆਂ, ਇੱਕ ਦੂਸਰੇ ਨਾਲ ਇਕੱਠੀਆਂ ਹੋਈਏ, ਇੱਕ ਦੂਸਰੇ ਨਾਲ ਜੁੜੀਏ, ਵਿਚਾਰੀਏ ਤੇ ਬਹਿ ਕੇ ਕੀ ਕਰੀਏ, ਸ਼ਬਦ ਦੀ ਵਿਚਾਰ ਕਰੀਏ। ਸਮਝੀਏ ਕਿ ਸਤਿਗੁਰੂ ਜੀ ਸਾਨੂੰ ਕੀ ਸਮਝਾ ਰਹੇ ਨੇ। ਮਿਲ ਕੇ ਕਰੇ ਕਹਾਣੀਆਂ ਸਮਰਥ ਕੰਤ ਕੀਆਂ, ਆਓ ਮਿਲ ਕੇ ਇਕੱਠੀਆਂ ਬਹੀਏ ਤੇ ਬਹਿ ਕੇ ਕਿਹੜੀਆਂ ਬਾਤਾਂ ਕਰੀਏ, ਨਿੰਦਿਆ ਕਰੀਏ, ਚੁਗਲੀਆਂ ਕਰੀਏ ਨਹੀਂ, ਔਰ ਰਲ ਮਿਲ ਕੇ ਬਹੀਏ, ਕੀ ਗੱਲਾਂ ਕਰੀਏ, ਸਮਰਥ ਕੰਤ ਕੀਆਂ, ਸਮਰੱਥ ਪਰਿਪੂਰਨ ਪ੍ਰਮਾਤਮਾ ਪਤੀ ਦੀਆਂ ਸਿਫਤ ਸਲਾਹ ਕਰੀਏ, ਉਸ ਸੋਹਣੇ ਰੱਬ ਦੀਆਂ ਗੱਲਾਂ ਕਰੀਏ। ਉਹਦੇ ਤੱਕ ਕਿਵੇਂ ਪਹੁੰਚਿਆ ਜਾਵੇ, ਕੀ ਕਰਮ ਕਰੀਏ ਕਿ ਉਹਦੇ ਵਰਗਾ ਜੀਵਨ ਬਣ ਜਾਵੇ। ਆਓ ਰਲ ਮਿਲ ਕੇ ਇਹਦੀ ਵਿਚਾਰ ਕਰੀਏ। ਸਾਚੇ ਸਾਹਿਬ ਸਭ ਗੁਣ ਔਗਣ ਸਭ ਅਸਾ। ਹੁਣ ਵਿਚਾਰ ਕਿਹੜੀ ਕੀਤੀ ਜਾ ਰਹੀ ਹੈ? ਸ਼ਬਦ ਦੀ ਵਿਚਾਰ ਤੋਂ ਇੱਕ ਗੱਲ ਤੇ ਸਮਝ ਆ ਗਈ ਹੈ, ਪ੍ਰਮਾਤਮਾ ਵਿੱਚ ਕੋਈ ਔਗੁਣ ਨਹੀਂ। ਉਹ ਗੁਣਾਂ ਦਾ ਖਜ਼ਾਨਾ ਹੈ, ਉਹ ਗੁਣਾਂ ਦਾ ਟ੍ਰੇਜ਼ਰ ਹੈ, ਉਹਦੇ ਵਿੱਚ ਤਮਾਮ ਗੁਣ ਮੌਜੂਦ ਨੇ। ਫਿਰ ਗੁਣ ਅਵਗੁਣ ਕਿਹਦੇ ਵਿੱਚ ਨੇ? ਸਾਚੇ ਸਾਹਿਬ ਸਭ ਗੁਣ, ਸਦਾ ਅਟਲ ਰਹਿਣ ਵਾਲੇ ਸੱਚੇ ਪਾਤਸ਼ਾਹ ਪ੍ਰਮਾਤਮਾ ਦੇ ਵਿੱਚ ਤੇ ਸਾਰੇ ਗੁਣ ਮੌਜੂਦ ਨੇ। ਔਗਣ ਸਭ ਅਸਾ, ਜੇ ਅਸੀਂ ਉਹਦੇ ਤੱਕ ਨਹੀਂ ਪਹੁੰਚ ਪਾ ਰਹੀਆਂ ਤੇ ਅਵਗੁਣ ਸਾਡੇ ਵਿੱਚ ਨੇ। ਅਸੀਂ ਗੁਨਾਹਾਂ ਦੇ ਪਰੇ ਹਾਂ, ਸਾਡੇ ਅੰਦਰ ਅਵਗੁਣ ਨੇ, ਕਮੀ ਸਾਡੇ 'ਚ ਹੈ। ਪਰਮਾਤਮਾ 'ਚ ਕਮੀ ਨਹੀਂ, ਸ਼ਬਦ ਵਿੱਚ ਕਮੀ ਨਹੀਂ, ਬਾਣੀ 'ਚ ਕਮੀ ਨਹੀਂ। ਕਮੀ ਮੇਰੇ 'ਚ ਹੈ ਕਿ ਮੈਂ ਗੁਰੂ ਵਰਗਾ ਬਣਨਾ ਨਹੀਂ ਚਾਹੁੰਦਾ, ਜੀਵਨ ਨੂੰ ਗੁਰਮਤ ਦੇ ਗਾਡੀ ਰਾਹ ਤੇ ਤੋਰਨਾ ਨਹੀਂ ਚਾਹੁੰਦਾ। ਮੱਥਾ ਜ਼ਰੂਰ ਟੇਕਦਾ ਮੈਂ ਗੁਰਦੁਆਰੇ ਜਾ ਕੇ, ਕੀਰਤਨ ਵੀ ਸੁਣਦਾ, ਗੁਰਦੁਆਰੇ ਪ੍ਰੋਗਰਾਮ ਕੋਈ ਹੁੰਦਾ, ਬੜੀ ਸੇਵਾ ਵੀ ਕਰਦਾ, ਪਰ ਸਤਿਗੁਰੂ ਕਹਿੰਦੇ ਉਸ ਸੇਵਾ ਦਾ ਉਜਾਗਰ ਹੋਣਾ ਬੜਾ ਜ਼ਰੂਰੀ ਹੈ। ਇਹ ਕਦੋਂ ਉਜਾਗਰ ਹੁੰਦੀ ਹੈ? ਹੁਣ ਘਰ ਦਾ ਇੱਕ ਮਸਲਾ ਆ ਗਿਆ, ਸਪੋਜ਼ ਕਰੋ ਘਰ ਦਾ ਇੱਕ ਮਾਹੌਲ ਬਣ ਗਿਆ, ਭਰਾ ਮੇਰਾ ਜਾਂ ਮੇਰੇ ਘਰ ਦਾ ਮਾਹੌਲ ਐਸਾ ਬਣ ਗਿਆ, ਕੋਈ ਗਲਤੀ ਹੋ ਗਈ ਕਿਸੇ ਕੋਲੋਂ ਜਾਂ ਕੋਈ ਲੜਾਈ ਦਾ ਕਾਰਨ ਬਣਿਆ। ਹੁਣ ਮੈਂ ਮਾਂ ਭੈਣ ਦੀਆਂ ਗਾਲਾਂ ਉੱਥੇ ਗੁੱਸੇ ਜਾ ਕੇ ਕੱਢਣੀਆਂ ਸ਼ੁਰੂ ਕਰਤੀਆਂ, ਘਰ ਦਾ ਮਾਹੌਲ ਹੋਰ ਖਰਾਬ ਕਰਤਾ। ਪਰ ਜੇ ਮੈਂ ਗੁਰਮਤ ਨਾਲ ਜੁੜਿਆ, ਗੁਰਬਾਣੀ ਨਾਲ ਜੁੜਿਆ, ਸਤਿਗੁਰੂ ਕੇ ਪਾਵਨ ਵਿਚਾਰ ਨਾਲ ਜੁੜਿਆ, ਤੇ ਮੇਰਾ ਪੈਂਡਾ ਜਿਹੜਾ ਘਰ 'ਚ ਹੋਏਗਾ ਨਾ, ਮੈਂ ਬੜੀ ਦਿਮਾਗ ਦੇ ਨਾਲ, ਬੜੀ ਸਹਿਣਸ਼ੀਲਤਾ ਦੇ ਨਾਲ, ਬੜੀ ਸਮਝ ਨਾਲ ਗੁਰਬਾਣੀ ਨੂੰ ਚੇਤੇ ਕਰਕੇ, ਸਤਿਗੁਰੂ ਨੂੰ ਯਾਦ ਵਿੱਚ ਰੱਖ ਕੇ ਉਹਦਾ ਹੱਲ ਕੱਢ ਸਕਾਂਗਾ। ਮੇਰੇ ਘਰ ਦਾ ਕਲੇਸ਼ ਖਤਮ ਹੋ ਜਾਵੇਗਾ। ਕਿਤੇ ਵਿਚਾਰ ਕੇ ਤੇ ਵੇਖੋ, ਸਮਝਾ ਕੇ ਤੇ ਵੇਖੋ ਆਪਣੇ ਆਪ ਨੂੰ, ਨਿੱਕੀਆਂ ਨਿੱਕੀਆਂ ਗੱਲਾਂ ਨੂੰ ਇਗਨੋਰ ਕਰਕੇ ਵੇਖੋ, ਜੀਵਨ ਦੇ ਵਿੱਚ ਸੱਚ ਸਮਾ ਕੇ ਵੇਖੋ। ਜਿਸ ਘਰ 'ਚ ਬਹਿੰਦੇ ਆ ਉੱਥੇ ਪ੍ਰੇਮ ਵਰਤਾ ਕੇ ਵੇਖੋ, ਆਪਣੇ ਬੱਚਿਆਂ ਦੇ ਵਿੱਚ, ਆਪਣੇ ਮਾਤਾ ਪਿਤਾ ਵਿੱਚ, ਆਪਣੀ ਫੈਮਿਲੀ ਦੇ ਵਿੱਚ। ਤੇ ਜਿੱਥੇ ਪ੍ਰੇਮ ਦੀ ਖੇਡ ਖੇਡੀ ਜਾਂਦੀ ਹੋਏਗੀ ਨਾ, ਉੱਥੇ ਇੱਕ ਦੂਸਰੇ ਦੇ ਉੱਪਰ ਵਿਸ਼ਵਾਸ ਹੋਵੇਗਾ, ਇੱਕ ਦੂਸਰੇ ਦੇ ਉੱਤੇ ਭਰੋਸਾ ਹੋਵੇਗਾ, ਇੱਕ ਦੂਸਰੇ ਦੇ ਨਾਲ ਜੀਵਨ ਦੀ ਸਾਂਝ ਹੋਵੇਗੀ ਤੇ ਘਰ ਹੀ ਸਤਸੰਗ ਬਣ ਜਾਵੇਗਾ। ਇਸੇ ਕਰਕੇ ਸਾਹਿਬ ਕਹਿੰਦੇ ਸਾਚੇ ਸਾਹਿਬ ਸਭ ਗੁਣ, ਸੱਚੇ ਪਾਤਸ਼ਾਹ ਦੇ ਵਿੱਚ ਤੇ ਸਾਰੇ ਗੁਣ ਮੌਜੂਦ ਨੇ। ਔਗੁਣ ਸਭ ਅਸਾ, ਜੇ ਔਗੁਣ ਨੇ ਉਹ ਸਾਡੇ ਵਿੱਚ ਨੇ, ਕਿਉਂਕਿ ਸਾਡੇ ਵਿੱਚ ਵਿਕਾਰ ਹੀ ਵਿਕਾਰ ਨੇ। ਕਰਤਾ ਸਭ ਕੋ ਤੇਰੇ ਜ਼ੋਰ, ਹੈ ਕਰਤਾਰ ਅਕਾਲ ਪੁਰਖ ਜੀ, ਸਭ ਕੁਝ ਤੇਰੇ ਹੁਕਮ 'ਚ ਹੈ, ਸਭ ਕੁਝ ਤੇਰੀ ਰਜ਼ਾ 'ਚ ਹੈ। ਏਕ ਸ਼ਬਦ ਵਿਚਾਰੀ ਹੈ,
ਇੱਕ ਵੀ ਸ਼ਬਦ, ਇੱਕ ਅਕਾਲ ਪੁਰਖ ਦੇ ਗੁਣਾਂ ਦੀ ਸਲਾਹ ਦੀ ਬਾਣੀ ਦੀ ਵਿਚਾਰ ਸ਼ਬਦ ਦੀ ਜਦੋਂ ਵਿਚਾਰ ਕੀਤੀ ਤਾਂ ਸਮਝ ਪਈ ਜਾਂ ਤੂੰ ਤਾਂ ਕਿਆ ਹੋਰ, ਜਾਂ ਤੂੰ ਹੀ ਸਾਰਿਆਂ ਦੇ ਵੱਲ ਹੈ, ਸਾਰਿਆਂ ਦਾ ਰੱਖ ਹੈ, ਫਿਰ ਕਿਸੇ ਹੋਰ ਬੰਨੇ ਜਾਣ ਦੀ ਲੋੜ ਹੀ ਨਹੀਂ, ਕਿਸੇ ਹੋਰ ਅੱਗੇ ਸਿਰ ਝੁਕਾਉਣ ਦੀ ਲੋੜ ਹੀ ਨਹੀਂ, ਕਿਸੇ ਹੋਰ ਦੀ ਮੁਥਾਜੀ ਕਰਨ ਦੀ ਲੋੜ ਹੀ ਨਹੀਂ। ਫਿਰ ਤੂੰ ਹੀ ਮੇਰਾ ਮਾਲਕ ਹੈ, ਮੈਂ ਹੋਰ ਥਾਉ ਨਹੀਂ, ਜਿਸ ਪੈ ਕਰੂੰ ਬੇਨੰਤੀ, ਮੇਰਾ ਦੁੱਖ ਸੁੱਖ ਤੁਧ ਹੀ ਪਾਸ। ਮੇਰਾ ਤੇ ਕੇਵਲ ਟਿਕਾਣਾ ਤੂੰ ਹੀ ਹੈ, ਤੂੰ ਹੀ ਮੇਰਾ ਆਸਰਾ ਹੈ। ਅਗਲਾ ਬੰਦ ਹੈ ਪਾਵਨ ਸ਼ਬਦ ਦਾ। ਜਦੋਂ ਜੀਵਨ 'ਚ ਇਹ ਗੱਲਾਂ ਦੀ ਸਮਝ ਆਉਣ ਲੱਗੀ, ਹੁਣ ਇੱਕ ਸਵਾਲ ਖੜਾ ਹੋਣ ਲੱਗਾ। ਉਹਨਾਂ ਗੁਰਮੁਖ ਪਿਆਰੀਆਂ ਜੀਵ ਇਸਤਰੀਆਂ ਵੱਲ ਨਿਗਾਹ ਮਾਰੀ ਜਿਹੜੀਆਂ ਬੜੀਆਂ ਖੁਸ਼ ਰਹਿੰਦੀਆਂ ਨੇ, ਹਰ ਵਕਤ ਅੰਦਰੋਂ ਖੁਸ਼, ਖੇੜੇ 'ਚ, ਆਨੰਦ ਵਿੱਚ, ਹਮੇਸ਼ਾ ਸ਼ੁਕਰਾਨੇ ਵਿੱਚ। ਜੀ ਕੀਤਾ ਇਹਨਾਂ ਨੂੰ ਪੁੱਛ ਕੇ ਤੇ ਵੇਖਾਂ ਵੀ ਇਹਨਾਂ ਦੀ ਖੁਸ਼ੀ ਦਾ ਕਾਰਨ ਕੀ ਹੈ। ਤੇ ਸਤਿਗੁਰੂ ਕਹਿੰਦੇ ਫਿਰ ਮੈਂ ਪੁੱਛਣ ਦਾ ਯਤਨ ਕੀਤਾ। ਜਾਏ ਪੁੱਛੋ ਸੁਹਾਗਣੀ, ਤੁਸੀਂ ਰਾਹ ਵਿਆ ਕਿੰਨੀ ਗੁਣੀ। ਉਹਨਾਂ ਜੀਵ ਇਸਤਰੀਆਂ ਰੂਪੀ ਆਤਮਾਵਾਂ ਨੂੰ ਜਿਹੜੀਆਂ ਸੁਹਾਗਣ ਦੀ ਨਿਸ਼ਾਨੀ ਲੈ ਕੇ ਪ੍ਰਮਾਤਮਾ ਰੂਪੀ ਪਤੀ ਨਾਲ ਸਦਾ ਇੱਕ ਮਿਕ ਰਹਿੰਦੀਆਂ ਨੇ, ਉਹਨਾਂ ਦੇ ਆਨੰਦ ਤੇ ਖੇੜੇ ਨੂੰ ਵੇਖ ਕੇ ਇੱਕ ਸਵਾਲ ਮਨ 'ਚੋਂ ਪ੍ਰਗਟ ਹੋਇਆ। ਹੇ ਸਤ ਸੰਗਣ ਭੈਣੇ, ਬੇਸ਼ੱਕ ਮੈਂ ਜਾ ਕੇ ਉਹਨਾਂ ਸੁਹਾਗਣ ਜੀਵ ਇਸਤਰੀਆਂ ਨੂੰ ਪੁੱਛ ਲਵਾਂ ਕਿ ਤੁਸੀਂ ਕਿੰਨਾ ਗੁਣਾਂ ਦੇ ਰਾਹੀਂ ਪ੍ਰਮਾਤਮਾ ਰੂਪੀ ਪਤੀ ਨਾਲ ਮਿਲਾਪ ਕੀਤਾ, ਕਿਹੜੇ ਗੁਣ ਤੁਸੀਂ ਧਾਰਨ ਕੀਤੇ, ਜਿਹੜੇ ਗੁਣ ਕਰਕੇ ਤੁਸੀਂ ਇੰਨੇ ਆਨੰਦ ਖੇੜੇ ਵਾਲੀਆਂ ਤੇ ਰੱਬ ਵਾਲੀਆਂ ਬਣ ਗਈਆਂ ਨੇ, ਇਹ ਮੈਨੂੰ ਵੀ ਸਮਝਾ ਦਿਓ। ਤੇ ਸਤਿਗੁਰੂ ਕਹਿੰਦੇ ਜਵਾਬ ਆਇਆ, ਸਹਿਜ ਸੰਤੋਖ ਸ਼ਿੰਗਾਰੀਆਂ, ਮਿੱਠਾ ਬੋਲਣੀ। ਵਾਹਿਗੁਰੂ, ਇਹ ਗੁਣ ਤੇ ਸਾਡੇ ਨੇੜੇ ਤੇੜੇ ਵੀ ਨਹੀਂ ਅੱਜ ਲੱਭਦਾ। ਰੋਜ਼ ਬਾਣੀ ਪੜ੍ਹੀ ਜਾਂਦੀ ਹੈ, ਵਿਚਾਰੀ ਜਾਂਦੀ ਹੈ, ਲਾਵਾਂ ਦੇ ਉੱਪਰ ਅਸੀਂ ਤਕਰੀਬਨ ਹਰ ਇੱਕ ਵਿਆਹ ਸ਼ਾਦੀ ਤੇ ਇਕੱਠੇ ਹੁੰਦੇ ਹਾਂ। ਗੁਰਬਾਣੀ ਇੱਕ ਐਸਾ ਮੈਸੇਜ ਹੈ ਨਾ, ਸਤਿਗੁਰੂ ਨੇ ਕਿਸ ਤਰੀਕੇ ਦੀ ਸਿੱਖੀ ਦੀ ਚਾਲ ਬਣਾਈ ਹੈ। ਸਿੱਖ ਨੂੰ ਹਰ ਜਗ੍ਹਾ ਗੁਰਮਤਿ ਦਾ ਮੈਸੇਜ ਦਿੱਤਾ ਹੈ। ਸਿੱਖ ਦੇ ਘਰ ਵਿੱਚ ਵਿਆਹ ਹੋ ਰਿਹਾ ਤਾਂ ਵੀ ਉਹਨੂੰ ਗੁਰਬਾਣੀ ਦਾ ਮੈਸੇਜ ਹੈ ਵੀ ਤੂੰ ਕੀ ਕਰਨਾ ਹੈ। ਲਾਵਾਂ ਦੇ ਰਾਹੀਂ ਸੁਨੇਹਾ ਦਿੱਤਾ ਜਾ ਰਿਹਾ ਹੈ। ਸਿੱਖ ਦੀ ਪਰਿਵਾਰਿਕ ਜ਼ਿੰਦਗੀ ਕੈਸੀ ਹੋਣੀ ਚਾਹੀਦੀ ਹੈ, ਨਿਤਨੇਮ ਦੇ ਰਾਹੀਂ ਉਹਨੂੰ ਸੁਨੇਹਾ ਦਿੱਤਾ ਜਾ ਰਿਹਾ ਹੈ। ਸਿੱਖ ਦੀ ਜ਼ਿੰਦਗੀ ਵਿੱਚ ਸੱਚ ਕਿਵੇਂ ਹੋਣਾ ਚਾਹੀਦਾ ਹੈ, ਨਿਤ ਹੁਕਮਨਾਮੇ ਦੇ ਰਾਹੀਂ ਸੁਨੇਹਾ ਦਿੱਤਾ ਜਾ ਰਿਹਾ ਹੈ। ਸਿੱਖ ਦੇ ਘਰ ਬੱਚਾ ਹੋ ਗਿਆ ਹੈ, ਬੱਚੇ ਦੇ ਨਾਮ ਦਾ ਪਹਿਲਾ ਅੱਖਰ ਗੁਰੂ ਗ੍ਰੰਥ ਸਾਹਿਬ ਤੋਂ ਰੱਖਿਆ ਜਾ ਰਿਹਾ ਹੈ, ਫਿਰ ਸੁਨੇਹਾ ਦਿੱਤਾ ਜਾ ਰਿਹਾ ਵੀ ਤੇਰੇ ਬੱਚੇ ਦਾ ਜੀਵਨ ਕੈਸਾ ਹੋਣਾ ਚਾਹੀਦਾ। ਪਰ ਕਮਾਲ ਦੀ ਗੱਲ ਹੈ, ਅਸੀਂ ਮੰਨੀਏ ਤੇ ਤਾਂ, ਸਮਝੀਏ ਤੇ ਤਾਂ, ਸਮਝਣਾ ਤੇ ਹੈ ਹੀ ਨਹੀਂ ਅਸੀਂ। ਸਹਿਜ ਸੰਤੋਖ ਸ਼ਿੰਗਾਰੀਆਂ, ਮਿੱਠਾ ਬੋਲਣੀ। ਸਹਿਜ ਜੱਜੇ ਨੂੰ ਸਿਹਾਰੀ ਹੈ, ਭਾਵ ਸਹਿਜ ਦੇ ਨਾਲ, ਸੰਤੋਖ ਦੇ ਨਾਲ। ਸਭ ਕਹਿੰਦੇ ਉੱਥੋਂ ਇਹ ਪਤਾ ਮਿਲਿਆ, ਉਹਨਾਂ ਜੀਵ ਇਸਤਰੀਆਂ ਤੋਂ ਇਹ ਸੁਨੇਹਾ ਮਿਲਿਆ ਕਿ ਉਹ ਅਡੋਲਤਾ ਨਾਲ, ਸੰਤੋਖ ਨਾਲ, ਸਹਿਜ ਦਾ ਅਰਥ ਹੈ ਅਡੋਲ ਰਹਿ ਕੇ, ਅਡੋਲਤਾ ਨਾਲ, ਸੰਤੋਖ ਨਾਲ, ਸਹਿਜ ਦੇ ਵਿੱਚ ਸੰਤੋਖ ਦੀ ਬਿਰਤੀ। ਹੁਣ ਸੰਤੋਖ ਦੀ ਬਿਰਤੀ ਕਿੱਥੇ ਪੈਦਾ ਹੋਵੇਗੀ? ਬੜੇ ਨਿੱਕੇ ਨਿੱਕੇ ਦਿਮਾਗ ਦੀਆਂ ਉਲਝਣਾਂ ਜਿਹੜੀਆਂ ਸਾਡੇ 'ਚ ਫਸੀਆਂ ਹੋਈਆਂ ਨਾ, ਜਿੱਥੇ ਮਾਇਆ ਦੀ ਦੌੜ ਹੋਵੇਗੀ ਨਾ, ਉੱਥੇ ਸੰਤੋਖ ਨਹੀਂ ਹੋਵੇਗਾ। ਉੱਥੇ ਹੋਰ ਦੀ ਭੁੱਖ ਵੱਧਦੀ ਜਾਵੇਗੀ, ਤੇ ਜਿੱਥੇ ਹੋਰ ਦੀ ਭੁੱਖ ਵੱਧਦੀ ਜਾਵੇਗੀ ਉੱਥੇ ਕਲੈਸ਼ ਹੋਵੇਗਾ, ਉੱਥੇ ਲੜਾਈ ਹੋਵੇਗੀ। ਈਰਖਾ ਕਿੱਥੇ ਹੈ? ਈਰਖਾ ਉੱਥੇ ਹੈ ਜਿੱਥੇ ਮੇਰੇ ਕੋਲੋਂ ਕੋਈ ਅੱਗੇ ਲੰਘ ਰਿਹਾ, ਮੈਨੂੰ ਉਹਦੇ ਨਾਲ ਵੈਰ ਹੈ, ਉਹਦੇ ਨਾਲ ਈਰਖਾ ਹੈ, ਉਹਦੇ ਨਾਲ ਨਫ਼ਰਤ ਹੈ। ਉੱਥੇ ਸੰਤੋਖ ਕਿੱਥੋਂ ਆਵੇਗਾ? ਅੱਜ ਘਰਾਂ ਦੇ ਵਿੱਚ ਸੰਤੋਖ ਦੀ ਖੇਡ ਖਤਮ ਹੋ ਗਈ ਹੈ। ਅੱਜ ਸਹਿਜ ਅਡੋਲਤਾ ਵੱਡਿਆਂ 'ਚ ਹੀ ਨਹੀਂ ਤੇ ਬੱਚਿਆਂ ਨੂੰ ਅਸੀਂ ਕੀ ਸੰਤੋਖ ਸਿਖਾਵਾਂਗੇ? ਆਪ ਹੀ ਅਸੀਂ ਨਿਤ ਮਾਇਆ ਦੀ ਭੁੱਖੂ ਵਿੱਚ ਲੱਗੀਆਂ ਤੇ ਬੱਚਿਆਂ ਨੂੰ ਕਿੱਥੇ ਕਵਾਂਗੇ ਬੱਚਿਓ ਤੁਸੀਂ ਸੰਤੋਖ ਕਰਿਆ ਕਰੋ, ਕਿਉਂਕਿ ਸਾਡੇ ਵੱਲ ਵੇਖ ਕੇ ਬੱਚਿਆਂ ਨੇ ਤੁਰਨਾ ਹੈ ਨਾ। ਤੇ ਸਭ ਕਹਿੰਦੇ ਨੇ, ਮੈਂ ਉਹਨਾਂ ਜੀਵ ਇਸਤਰੀਆਂ ਨੂੰ ਜਦੋਂ ਪੁੱਛਿਆ ਤੇ ਜਵਾਬ ਮਿਲਿਆ, ਸਹਿਜ ਸੰਤੋਖ ਸ਼ਿੰਗਾਰੀਆਂ, ਮਿੱਠਾ ਬੋਲਣੀ। ਕਹਿੰਦੇ ਨੰਬਰ 1 ਤੇ ਅਡੋਲਤਾ। ਹੁਣ ਮਨ ਡੋਲਦਾ ਨਹੀਂ, ਕਿਉਂਕਿ ਅਸੀਂ ਭਟਕ ਜਾਂਦੇ ਹਾਂ। ਸਾਡੇ ਤੇ ਮਾੜਾ ਜਿਹਾ ਕਿਤੇ ਦੁੱਖ ਆ ਜੇ ਨਾ ਤੇ ਅਸੀਂ ਭੁੱਲ ਜਾਂਦੇ ਹਾਂ ਵੀ ਪ੍ਰਮਾਤਮਾ ਦੀ ਰਜ਼ਾ ਕੀ ਹੈ, ਪਾਣਾ ਕੀ ਹੈ। ਸਾਡੇ ਮਨ ਵਿੱਚ ਪਲਾਂ ਦੇ ਵਿੱਚ ਅਸੀਂ ਨਿਰੰਕਾਰ ਤੋਂ ਭਰੋਸਾ ਡਲਾ ਲੈਂਦੇ ਹਾਂ। ਇੱਕ ਬੰਨੇ ਰੱਬ ਜੀ ਕਰਦੇ ਹਾਂ, ਦੂਜੇ ਬੰਨੇ ਰੱਬ ਜੀ ਤੇ ਭਰੋਸਾ ਵੀ ਕੋਈ ਨਹੀਂ ਕਰਦੇ। ਅਡੋਲਤਾ ਕੀ ਹੈ? ਇੱਕ ਮੁੱਠ ਭਰੋਸਾ ਹੈ, ਇੱਕ ਜੁੱਟ ਭਰੋਸਾ ਹੈ, ਖਿਮਾ ਕਰਨਾ। ਫਿਰ ਭਾਵੇਂ ਬੰਦ ਕੋਈ ਕੱਟ ਦੇਵੇ, ਆਰੇ ਨਾਲ ਚੀਰਿਆ ਜਾਂਦਾ ਹੋਵੇ। ਮੈਂ ਕਹਿੰਦਾ ਕੈਸੇ ਸੂਰਮਿਆਂ ਦਾ ਇਤਿਹਾਸ ਸਿੱਖੀ ਨੇ ਲਿਖਿਆ ਨਾ। ਵਾਹਿਦ ਇੱਕ ਸਿੱਖ ਕੌਮ ਦੇ ਵਿੱਚ
ਵਾਹਿਦ ਦੁਨੀਆ ਦੇ ਵਿੱਚ ਇੱਕ ਪੰਨਾ ਗੁਰੂ ਤੇਗ ਬਹਾਦਰ ਸਾਹਿਬ ਦਾ ਹੈ, ਪੂਰੀ ਦੁਨੀਆ ਵਿੱਚ, ਪੂਰੀ ਵਰਲਡ ਦੇ ਵਿੱਚ, ਕਿ ਜਿਨ੍ਹਾਂ ਦੀ ਸ਼ਹਾਦਤ ਦਾ ਨਜ਼ਾਰਾ, ਜਿਨ੍ਹਾਂ ਦੀ ਸ਼ਹਾਦਤ ਦਾ ਆਨੰਦ, ਭਾਈ ਮਤੀ ਦਾਸ, ਭਾਈ ਸਤੀ ਦਾਸ ਦੀ ਸ਼ਹਾਦਤ ਦਾ ਆਨੰਦ ਕੋਈ ਨਿੱਜ ਸਵਾਰਥ ਵਾਸਤੇ ਨਹੀਂ ਗਾ, ਮਾਨਵਤਾ ਵਾਸਤੇ ਹੈ, ਮਨੁੱਖੀ ਅਧਿਕਾਰਾਂ ਵਾਸਤੇ ਹੈ, ਫਰੀडम ਆਫ ਸਪੀਚ, ਫਰੀडम ਆਫ ਜ਼ਿੰਦਗੀ, ਕਿਵੇਂ ਆਪਣੀ ਜ਼ਿੰਦਗੀ ਆਜ਼ਾਦੀ ਨਾਲ ਜੀਣੀ ਹੈ, ਇਹਦੇ ਵਾਸਤੇ ਹੈ। ਪਰ ਸਾਡੀ ਜ਼ਿੰਦਗੀ 'ਚ ਇਹ ਗੱਲ ਦੀ ਪਕੜ ਨਹੀਂ ਸਮਝ ਆ ਰਹੀ। ਅਸੀਂ ਤੇ ਨਾ ਸਹਿਜ ਵਿੱਚ ਹਾਂ, ਤੇ ਜਿੱਥੇ ਸਹਿਜ ਨਹੀਂ ਉੱਥੇ ਸੰਤੋਖ ਕਿਵੇਂ ਆਵੇਗਾ। ਸਾਹਿਬ ਕਹਿੰਦੇ ਸਹਿਜ ਸੰਤੋਖ, ਉਹਨਾਂ ਨੇ ਦੱਸਿਆ ਭਾਈ ਪਹਿਲੀ ਗੱਲ ਅਡੋਲਤਾ ਦੀ ਹੈ, ਦੂਸਰੀ ਗੱਲ ਸੰਤੋਖ ਦੀ ਹੈ। ਸ਼ਿੰਗਾਰੀਆਂ, ਸੰਤੋਖ ਸਹਿਜ ਤੇ ਮਿੱਠੇ ਬੋਲਣ ਦੇ ਨਾਲ ਅਸੀਂ ਆਪਣੇ ਆਪ ਨੂੰ ਸ਼ਿੰਗਾਰਿਆ। ਹੁਣ ਮਿੱਠਾ ਬੋਲਣ ਦੇ ਅਰਥ ਦੋ ਤਰੀਕੇ ਦੇ ਨੇ। ਇੱਕ ਉਹ ਮਨੁੱਖ ਮਿੱਠਾ ਬੋਲਦਾ ਜਿਹੜੇ ਅੰਦਰ ਮੈਲ ਭਰੀ ਹੈ ਤੇ ਮੂੰਹ ਤੋਂ ਮਿੱਠਾ ਬੋਲਦਾ। ਸਤਿਗੁਰੂ ਕਹਿੰਦੇ ਉਹ ਮਿੱਠਾ ਬੋਲਣਾ ਕਿਸੇ ਕੰਮ ਦਾ ਨਹੀਂ ਭਾਈ। ਮਿੱਠਾ ਬੋਲਣਾ ਅੰਦਰੋਂ ਹੈ, ਇਹ ਸਮਝ ਕੇ ਬੋਲਣਾ ਹੈ ਮੇਰਾ ਪ੍ਰਮਾਤਮਾ ਮਿੱਠ ਬੋਲੜਾ ਹੈ, ਮੈਂ ਵੀ ਮਿੱਠਾ ਬੋਲਾਂ। ਹੁਣ ਜਿਹਦੇ ਅੰਦਰ ਨਫ਼ਰਤ, ਮੇਰਾ ਪ੍ਰਮਾਤਮਾ ਮਿੱਠ ਬੋਲੜਾ ਹੈ, ਮੈਂ ਵੀ ਮਿੱਠਾ ਬੋਲਾਂ। ਹੁਣ ਜਿਹਦੇ ਅੰਦਰ ਨਫ਼ਰਤ ਤੇ ਈਰਖਾ ਤੇ ਕੂੜ ਹੋਵੇਗਾ ਉਹ ਤੇ ਕੌੜਾ ਹੀ ਬੋਲੇਗਾ ਨਾ। ਸਤਿਗੁਰੂ ਕਹਿੰਦੇ ਪਰ ਮੇਰਾ ਰੱਬ ਜੀ ਤੇ ਕੌੜਾ ਨਹੀਂ ਬੋਲਦਾ, ਉਹ ਤੇ ਮਿੱਠਾ ਬੋਲਦਾ, ਉਹ ਤੇ ਸਦਾ ਹੀ ਪਵਿੱਤਰਤਾ ਦਾ ਸੁਭਾਅ ਹੈ ਉਹਦਾ। ਕਹਿੰਦੇ ਇਹ ਸ਼ਿੰਗਾਰ ਅਪਣਾਇਆ ਉਹਨਾਂ ਜੀਵ ਇਸਤਰੀਆਂ ਨੇ, ਸਹਿਜ ਦਾ, ਸੰਤੋਖ ਦਾ, ਮਿੱਠਾ ਬੋਲਣ ਦਾ, ਤੇ ਉਹਨਾਂ ਨੂੰ ਨਿਰੰਕਾਰ ਪ੍ਰਭੂ ਮਿਲ ਪਿਆ। ਸਹਿਜ ਸੰਤੋਖ ਸ਼ਿੰਗਾਰੀਆਂ, ਮਿੱਠਾ ਬੋਲਣੀ। ਪਰ ਰੀਸਾਲੂ ਤਾਂ ਮਿਲੇ ਜਾਂ ਗੁਰ ਕਾ ਸ਼ਬਦ ਸੁਣੀ। ਫਿਰ ਉੱਥੇ ਹੀ ਗੱਲ ਆ ਗਈ ਨਾ। ਹੁਣ ਬਾਰ-ਬਾਰ ਤੇ ਸ਼ਬਦ ਦੀ ਕਿਸੇ ਕੋਲ ਜਾਣ ਦੀ ਤੇ ਗੱਲ ਕੀਤੀ ਨਹੀਂ ਕਦੀ ਗੁਰੂ ਨੇ, ਕਦੀ ਆਖਿਆ ਹੀ ਨਹੀਂ ਜੇ ਤੂੰ ਰੱਬ ਨੂੰ ਮਿਲਣਾ ਚਾਹੁੰਦਾ ਤੇ ਜਾਂ ਕਿਸੇ ਹੋਰ ਦਰਿਆ ਦੇ ਕੰਢੇ ਤੇ ਤੁਰਿਆ ਫਿਰ, ਜਾਂ ਕਿਸੇ ਸਰਸੇ ਵਾਲੇ ਕੋ ਤੁਰਿਆ ਫਿਰ, ਜਾਂ ਕਿਸੇ ਹੋਰ ਸਾਧ ਕੋ ਚਲ ਜਾ, ਕਿਸੇ ਪਖੰਡੀ ਕੋ ਚਲ ਜਾ, ਕਿਤੇ ਨਹੀਂ ਗੁਰੂ ਜੀ ਨੇ ਲਿਖਿਆ। ਬਾਰ-ਬਾਰ ਇੱਥੇ ਗੱਲ ਲਿਆ ਕੇ ਮਕਾਈ, ਕਹਿੰਦੇ ਦੂਰ ਕਿਤੇ ਨਹੀਂ ਜਾਣਾ, ਐਡਰੈਸ ਤੈਨੂੰ ਮੈਂ ਦੱਸਦਾ, ਪਤਾ ਦੱਸਦਾ, ਤੇਰੀ ਹਰ ਇੱਕ ਉਲਝਣ ਦਾ ਜਵਾਬ ਤੈਨੂੰ ਦੱਸਦਾ। ਕਿੱਥੋਂ ਲੱਭੂਗਾ? ਸ਼ਬਦ ਵਿੱਚੋਂ। ਹੁਣ ਸ਼ਬਦ ਨਾਲ ਜੁੜਾਂਗੇ ਤੇ ਸਮਝ ਆਊਗੀ ਨਾ। ਫਿਰ ਰਿਸਾਲੂ ਤਾਂ ਮਿਲੈ ਜਾਂ ਗੁਰ ਕਾ ਸ਼ਬਦ ਸੁਣੀ। ਕਹਿੰਦੇ ਉਹ ਆਨੰਦ ਦਾ ਦਾਤਾ ਪ੍ਰਭੂ ਪਰਿਪੂਰਨ ਪਰਮਾਤਮਾ ਤਦੋਂ ਹੀ ਮਿਲਦਾ ਹੈ ਜਦੋਂ ਗੁਰੂ ਦਾ ਉਪਦੇਸ਼, ਗੁਰੂ ਦੇ ਸ਼ਬਦ ਦਾ ਉਪਦੇਸ਼ ਗੌਰ ਨਾਲ ਸੁਣਿਆ ਜਾਵੇ, ਬੜੇ ਧਿਆਨ ਦੇ ਨਾਲ ਸੁਣਿਆ ਜਾਵੇ, ਵਿਚਾਰਿਆ ਜਾਵੇ, ਸਮਝਿਆ ਜਾਵੇ, ਤੇ ਮਨ ਵਿੱਚ ਸੰਤੋਖ ਉੱਭਰਦਾ ਹੈ, ਮਿੱਠਾ ਬੋਲਣ ਦੀ ਮਰਿਆਦਾ ਤੁਰਦੀ ਹੈ, ਤੇ ਪਨ ਆਦਿਕ ਗੁਣ, ਮਿੱਠਾ ਬੋਲਣਾ ਆਦਿਕ ਗੁਣ ਜੀਵਨ ਵਿੱਚ ਧਾਰੇ ਜਾਂਦੇ ਨੇ ਤੇ ਜੀਵਨ ਨਿਰਮਲ ਹੋ ਜਾਂਦਾ ਹੈ, ਜੀਵਨ ਵਿੱਚ ਪਵਿੱਤਰਤਾ ਆ ਜਾਂਦੀ ਹੈ। ਹੁਣ ਸਿੱਖ ਦੇ ਜੀਵਨ ਵਿੱਚ ਇਹ ਗੁਣ ਚਾਹੀਦੇ ਨੇ। ਜਿੱਦਣ ਇਹ ਜੀਵਨ ਦੀ ਸਮਝ ਪਈ ਫਿਰ ਵਿਸਮਾਦ ਜੀਵਨ 'ਚ ਆ ਗਿਆ। ਸਿਫਤ ਸਲਾਹ ਕਰਨ ਨੂੰ ਜੀ ਕੀਤਾ। ਕੀਤੀਆਂ ਤੇਰੀਆਂ ਕੁਦਰਤੀ ਕੇਵਡ ਤੇਰੀ ਦਾਤ। ਹੇ ਪ੍ਰਭੂ ਤੇਰੀਆਂ ਬੇਅੰਤ ਤਾਕਤਾਂ ਹਨ, ਤੇਰੀਆਂ ਬੇਅੰਤ ਬਖਸ਼ਿਸ਼ਾਂ ਹਨ। ਕੀਤੇ ਤੇਰੇ ਜੀ ਜੰਤ ਸਿਫਤ ਕਰੈ ਦਿਨ ਰਾਤ। ਬੇਅੰਤ ਜੀਵ ਦਿਨ ਰਾਤ ਤੇਰੀਆਂ ਸਿਫਤਾਂ ਕਰ ਰਹੇ ਹਨ। ਕੀਤੇ ਤੇਰੇ ਰੂਪ ਰੰਗ, ਕੀਤੇ ਜਾਤ ਅਜਾਤ। ਹੇ ਬੇਅੰਤ ਰੂਪ ਰੰਗ ਨੇ ਤੇਰੇ ਪੈਦਾ ਕੀਤੇ ਬੇਅੰਤ ਜੀਵ ਹਨ। ਕੋਈ ਕਹਿੰਦਾ ਮੈਂ ਉੱਚੀ ਜਾਤ ਦਾ, ਕੋਈ ਕਹਿੰਦਾ ਮੈਂ ਨੀਵੀਂ ਜਾਤ, ਕਿਸੇ ਨੂੰ ਨੀਵੀਂ ਜਾਤ ਦਾ ਬਣਾ ਦਿੱਤਾ। ਇਹ ਮਨੁੱਖ ਨੇ ਵੰਡੀਆਂ ਪਾ ਦਿੱਤੀਆਂ ਨੇ। ਹੇ ਪਰਮਾਤਮਾ ਜੀ, ਪਰ ਤੇਰੇ ਰੂਪ ਰੰਗ ਜਿਹੜੇ ਨੇ ਨਾ, ਇਹ ਤੂੰ ਹੀ ਜਾਣਦਾ। ਹਰ ਇੱਕ ਵਿੱਚ ਤੂੰ ਵਸਿਆ, ਹਰ ਇੱਕ ਵਿੱਚ ਤੂੰ ਸਮੋਇਆ। ਮੇਰੇ ਵਾਸਤੇ ਨਾ ਕੋਈ ਉੱਚੀ ਜਾਤ ਹੈ, ਕੋਈ ਨਾ ਨੀਵੀਂ ਜਾਤ ਹੈ। ਮੈਂ ਤਾਂ ਤੇਰੇ ਹੁਕਮ ਤੇ ਤੇਰੇ ਨਿਯਮ ਤੇ ਤੇਰੇ ਸਿਧਾਂਤ ਵਿੱਚ ਬੱਝਾ ਹਾਂ। ਸੱਚ ਮਿਲੈ, ਆਖਰੀ ਬੰਦ ਹੈ। ਸੱਚ ਮਿਲੈ ਸੱਚ ਊਪਜੈ, ਸੱਚ ਮੈਂ ਸਾਚ ਸਮਾਏ। ਸੱਚ ਦੇ ਰਾਹੀਂ ਕਹਿੰਦੇ ਜੇ ਮਨੁੱਖ ਸਤਿਗੁਰੂ ਦੀ ਬੰਦਗੀ ਵਿੱਚ ਤੁਰ ਪਵੇ, ਗੁਰੂ ਸ਼ਬਦ ਨੂੰ ਸਿਮਰਨ ਦੇ ਅਰਥ ਨੇ ਚੇਤੇ ਦੇ ਵਿੱਚ ਲਿਆਵੇ। ਹੁਣ ਮੈਂ ਆਪਣੀ ਦੁਕਾਨ ਤੇ ਬੈਠਾ ਤੇ ਦੁਕਾਨ ਦੇ ਉੱਤੇ ਬੈਠਿਆਂ ਕਿਸੇ ਦਾ ਸਮਾਨ ਰਹਿ ਗਿਆ ਉੱਥੇ, ਤੇ ਜਦੋਂ ਮੈਂ ਖੋਲ੍ਹ ਕੇ ਵੇਖਿਆ ਉਹਦੇ ਵਿੱਚ ਕਾਫੀ ਸਰਮਾਇਆ ਪਿਆ ਹੈ, ਕਿਸੇ ਦੀ ਅਮੋਲਕ ਕੋਈ ਕੀਮਤੀ ਚੀਜ਼ ਪਈ ਹੈ, ਤੇ ਮੈਂ ਚੁੱਕ ਕੇ ਉਹਨੂੰ ਇਹ ਰੱਖ ਲਿਆ ਵੀ ਕਿਹੜਾ ਕਿਸੇ ਨੇ ਵੇਖਿਆ ਤੇ ਮੈਂ ਉਹਨੂੰ ਸੰਭਾਲ ਲਵਾਂ।
पर अंदर जे मैं नितनेमी हाँ, गुरु का चिंतन करदा है, चेते विच गुरु है, फिर मेरे अंदर एक ख्याल उड़िया ना भी ना ये किसी का हक है, हक पराया नानक उस सुर, ये है सिमरन की बरकत। फिर चेते विच जदों गुरु याद आ गया तो हिरदे विच सच टिक गया, झूठ तो परे हो गया मन, सच मिला, सच मिल गया, जीवन विच सच्चे निरंकार की सोझी आ गई, सच उपजै। हुण सदा हिरदे विचों सच ही उपजन लगा। हुण झूठ की खेती खत्म हो गई। हुण ना झूठ बोलण नूं जी करदा है, ना झूठे रिश्ते रखण नूं जी करदा है, ना झूठ की दुनिया विच रहण नूं जी करदा है। हुण झूठ की कोई जीवन दे विच खोट नहीं आउण दिता जा रहा। हुण सच उपजै, अंदरों सच ही प्रगट हो रहा है। सच मैं साच समाए, ते सच्चे निरंकार दे गुणां नूं जीवन विच वसा के वो सच्चे परमात्मा नाल ही जीवन की एक मिकता हो गई है। सुरत होवै पत उगवै, गुर बचनी भौ खाए। सतगुरु कहंदे, हुण दो शब्द वरते ने, सुरत ते गुरु बचनी। साडी सुरत विच जिहड़ी चीज़ दा फैलाव हुंदा है ना, ਉਹਦੇ वास्ते असी सारी जिंदगी दौड़ भज करते। जिहड़ी चीज़ साडी सुरत विच आ जाती है, साडा ध्यान ਉਹਦੇ ਵੱਲ एकाग्र हो जाता है। जे साडी सुरत विच आ गया कि अज मैं फलाने बंदे नूं मिलना है, असी सवेरे उठना है, उठ के अपने उस काम नूं नेपरे चढ़ाउणा है, दिमाग ने उधर नूं तुरना है, शरीर के ज्ञान इंद्रे कर्म इंद्रे उधर नूं तुर पैणे ने। हुण सतगुरु कहंदे, जे तू पत वाला बनना चाहुंदा है, जे तू इज्जत वाला बनना चाहुंदा है, ते अपनी सुरत विच किनू टका। सुरत होवै पत उगवै, गुर बचनी भौ खाए। अपने सुरत दे विच परमात्मा दे उपदेश नूं, परमात्मा नूं अपनी सुरत विच टका। गुरु बचना दा उपदेश ये तय कर अपनी सुरत विच कि तू निरंकार नाल अभेद होना है। ध्यान देना। फिर अपने सुरत दे विच ये ख्याल प्रगट करना है कि मैं परमात्मा नाल अभेद होना, परमात्मा वर्गा बनना है। हुण जदों मनुख परमात्मा वर्गा अपना जीवन धारण करेगा, ज़ाहिर जी गल है उहदे जीवन दे विच कोई मिलावट, कोई कर्म कांड, कोई पखंड, उहदी सुरत उच्ची होण लग पवेगी। फिर उहदी सुरत दे उत्ते कोई अनमति ग्रंथ, कोई अनमति साखियां, कोई मनमत दीयां कहानियां टिक नहीं सकणगीਆਂ। ਉਹ हंस वांगू दुध ते पानी नूं जुदा जुदा करके रख दूगा। फिर भावें किसी नूं लगे चंगा, लगे किसी नूं माड़ा, कोई उन्होंने भावें गालां कड्डे, फिर वो किसी दे करके नहीं, उहदे नाल भी फलाना मनुख नूं इह गल दी समझ आ गई है भाई भी वो सच बोलदा, मैं तां सच बोलदा नहीं। फिर उहदे अंदर अपनी पकड़ बन जाएगी, क्योंकि उहदी सुरत दे विच सच टिक गया है। हुण उस सच दा एक सुभाਅ है, उहदे उपर झूठ नहीं टिकना, ਉਹਦੇ ਉੱਪਰ ਕੋਈ ਝੂਠ ਫਿਲਾਸਫੀ ਨਹੀਂ ਟਿਕਣੀ, ਕੋਈ ਝੂਠ ਦੀ ਵਿਚਾਰ ਨਹੀਂ ਟਿਕਣੀ, ਉਹਦੇ ਉੱਪਰ ਕੋਈ ਝੂਠਾ ਖਿਆਲ ਨਹੀਂ ਟਿਕਣਾ। ਹੁਣ ਉਹਦੇ ਅੰਦਰ ਜਦੋਂ ਸੱਚ ਟਿਕ ਗਿਆ, ਝੂਠ ਉਹਨੇ ਪਰੇ ਸੁੱਟ ਕੇ ਮਾਰਿਆ, ਤੇ ਹੁਣ ਜਿਹੜੇ ਕੱਲ ਤੱਕ ਝੂਠ ਦੇ ਸੰਗੀ ਸੀ ਨਾਲ, ਜਿਹੜੇ ਕੱਲ ਤੱਕ ਝੂਠ ਦੇ ਸਾਥੀ ਸੀ ਨਾਲ, ਹੁਣ ਇਹ ਸੱਚ ਨਾਲ ਤੁਰ ਪਿਆ। ਹੁਣ ਜਿਹੜੇ ਉਹ ਝੂਠ ਦਾ ਪਟਾਰਾ ਬਣ ਕੇ ਬੈਠੇ ਹੁੰਦੇ ਸੀ, ਉਹਨਾਂ ਵਾਸਤੇ ਔਖੀ ਘੜੀ ਆ ਗਈ ਹੈ ਕਿ ਭਾਈ ਇਹ ਤੇ ਸੱਚ ਬੋਲਣ ਲੱਗ ਪਿਆ, ਇਹ ਤੇ ਸੱਚ ਦੇ ਰਾਹ ਤੇ ਤੁਰ ਪਿਆ, ਇਹਦੇ ਅੰਦਰ ਤੇ सच का प्रकाश हो गया। क्योंकि इस ज़ाहिर जी गल है, जिहदे अंदर सच गुरबाणी का टिकण लग पिया ना, जो गुरबाणी का विचारक बन गया, जो गुरबाणी नूं विचार करन लग पिया, ऐसी अंदर करामात, इस तो वड्डी करामात की होगी। असीं कल सच उगवै, सच उपजण लग पैंदा है, फिर झूठ नहीं उहदे उपर खड़दा, कुछ भी झूठ ना टिकदा है। सुरत होवै पत उगवै, गुर बचनी भौ खाए। फिर उस सुरत विच परमात्मा का ज्ञान टिक जाता है। इज्जत सन्मान फिर गुरबाणी ते गुरमत दा हुंदा है। फिर उपदेश जदों गुरु के घर विच कर जाते हैं, गुर बचनी, फिर गुरु के बचन जदों जीवन विच घर कर जाते हैं, भौ खाए, सारे डर जीवन दे विचों मुक जाते हैं। आखिरीਆਂ पंक्तियां, नानक सच्चा पातशाह आपे ले मिलाए। हे नानक, वो जिहड़ा सदा फिर रहन वाला परमात्मा है ना, वो सच्चा पातशाह है। ਉਹਦੇ ਨਾਲ ਆਪਣੀ ਸਾਂਝ ਪਾ, ਉਹਦੇ ਨਾਲ ਜੀਵਨ ਨੂੰ ਜੋੜ, ਉਹ ਕਿਰਪਾ ਕਰੇ ਕਿ ਤੈਨੂੰ ਆਪਣੇ ਨਾਲ ਮਿਲਾ ਲਵੇ, ਆਪਣਾ ਪਿਆਰ ਦੇ ਦੇਵੇ। ਇਹ ਅਰਦਾਸ, ਇਹ ਬੇਨਤੀ ਕਰਿਆ ਕਰ, हे ਵਾਹਿਗੁਰੂ ਜੀ ਮੈਨੂੰ ਆਪਣੇ ਨਾਲ ਪਿਆਰ ਦਿਓ, ਆਪਣੇ ਨਾਲ ਜੋੜ ਲਓ, ਤਾਂ ਕਿ ਮੇਰੀ ਸੁਰਤ ਵਿੱਚ ਸੱਚ ਟਿਕ ਜਾਵੇ। ਸੋ ਰੋਜ਼ਾਨਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ